स्वागत। मैं हरजिंदर सिंह रंधावा, तुस देख रहे हो पंजाब टेलीविजन और मेरे नाल ने सीनियर जर्नलिस्ट रजीव भास्कर जी और इंद्रप्रीत जी, दोनों जी आया। बहुत बहुत शुक्रिया रंधावा जी। थैंक यू जी, थैंक यू। विजय विवेक दियां 17 नाल शुरू करदे आ। इदां दुफाड़ करके सज्जणा न मार मैनू, पूरा कबूल कर जा पूरा नकार मैनू। ਇਹਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਪਰ ਗੱਲ ਸਕੱਤਰੇਤ ਤੋਂ ਤੋਰਾਂਗੇ। ਕੱਲ ਸਕੱਤਰੇਤ ਚ ਪੈ ਗਿਆ ਭੜਥੂ। 4 ਮੰਤਰੀਆਂ ਨੇ ਕਰ ਲਈ ਅੰਦਰੋਂ ਕੁੰਡੀ ਬੰਦ, ਸਿਰ ਜੋੜ ਕੇ ਬਹਿ ਗਏ। ਫਿਰ ਸੀਐਮਓ ਚੋਂ ਵੀ ਫੋਨ ਖੜ ਕੇ ਗੱਲ ਕਿੱਧਰ ਤੁਰੀ, ਗੱਲ ਕੀ ਹੋਈ, ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਿਸੇ ਮੰਤਰੀ ਦੀ ਮਾਨਸਿਕ ਸਥਿਤੀ ਖਰਾਬ ਹੋਣ ਦਾ ਜ਼ਿਕਰ ਹੈ, ਕਿਸੇ ਦਾ ਨਾਂ, ਕਿਸੇ ਦਾ ਥਾਂ। ਗੱਲ ਤੋਰਦੇ ਹਾਂ ਰਾਘਵ ਚੱਡਾ ਵੱਲ। ਰਾਘਵ ਚੱਡਾ ਕਿਸੇ ਚਾਰਜ ਸ਼ੀਟ ਦੇ ਵਿੱਚ ਮੁਲਜ਼ਮ ਵਜੋਂ ਹੈ ਨਹੀਂ ਤੇ ਨਾ ਗਵਾਹ ਵਜੋਂ ਨੇ। ਫਿਰ ਕਾਹਤੋਂ ਬਦਨਾਮ ਕਰੀ ਜਾਂਦੇ ਹੋ? ਸਵਾਲ ਇਸ ਗੱਲ ਤੇ ਅਟਕ ਗਿਆ ਕਿ ਚੰਡੀਗੜ੍ਹ 'ਚ ਦਿੱਤੀ ਦਬਸ਼ ਉਹਨਾਂ ਅਫਸਰਾਂ ਦੇ ਘਰਾਂ ਦੇ ਵਿੱਚ ਕੁਝ ਕੱਢ ਕੇ ਲੈ ਗਈ ਸੀ। ਅਜੇ ਉਹ ਜ਼ਿਕਰ ਤਾਂ ਆਇਆ ਹੀ ਨਹੀਂ। ਅਜੇ ਇਹ ਵੀ ਜ਼ਿਕਰ ਜਿਹੜੇ ਇੱਕ ਵਿਰੋਧੀ ਪਾਰਟੀ ਦੇ ਪ੍ਰਮੁੱਖ ਆਗੂ ਨੇ ਲਾਏ ਸੀ ਦੋਸ਼ ਕਿ ਪਾਲਿਸੀ ਸੇਮ ਰਹੀ ਪਿਛਲੇ ਸਾਲ ਤੇ ਇਸ ਸਾਲ। ਪਿਛਲੇ ਸਾਲ L1 ਤੋਂ ਕਿੰਨੀ ਫੀਸ ਜਮ੍ਹਾਂ ਹੋਈ ਸਰਕਾਰੀ ਖਜ਼ਾਨੇ 'ਚ, ਤੇ ਇਸ ਵਾਰੀ ਕਿੰਨੀ ਦਾ ਟੀਚਾ ਹੈ ਜਾਂ ਕਿੰਨੀ ਹੋਣ ਵਾਲੀ ਹੈ। ਇਹਨਾਂ ਦੋਵਾਂ ਮਾਮਲਿਆਂ 'ਚ ਗੱਲ ਤਾਂ ਤੁਰਦੀ ਹੈ ਤੇ ਗੱਲ ਅੱਗੇ ਤੁਰਦੀ ਹੈ ਜਦੋਂ NGT ਕਹਿੰਦੀ ਹੈ ਕਿ ਲੁਧਿਆਣੇ 'ਚ ਮਰਿਆਂ ਨੂੰ ਘੱਟੋ ਘੱਟ 20 ਲੱਖ ਤਾਂ ਤੁਰੰਤ ਦਿਓ, ਨਾਲ ਫਿਰ ਜਾਂਚਾਂ ਦੇ ਵਿੱਚ ਪੋਲਿਊਸ਼ਨ ਬੋਰਡ ਦੇ ਉਹ ਅਧਿਕਾਰੀ ਵੀ ਆਉਣੇ ਬਣਦੇ। ਆਖਰ ਕਿਹੜੀ ਫੈਕਟਰੀ ਨੇ ਉਹ ਕਿਹੜਾ ਜ਼ਹਿਰ ਕਿਹੜੀ ਗੈਸ ਅੰਦਰ ਸੁੱਟਤੀ, ਜਾਨਾਂ ਦਾ ਖੌਅ ਬਣ ਗਈ। ਹੁਣ ਵੇਖਣ ਵਾਲੀ ਗੱਲ ਹੈ ਕਿ ਸੰਵੇਦਨਸ਼ੀਲਤਾ ਕਿੰਨੀ ਆ। ਜਿਹੜੇ ਸੋ ਕਾਲਡ ਕਾਰਪੋਰੇਟਸ ਨੇ, ਧਨਾੜ ਨੇ, ਜਿਹੜੇ ਸਟੇਟ ਦੇ ਵਿੱਚ ਆਪਣੇ ਆਪ ਨੂੰ ਪ੍ਰਮੁੱਖ ਮੰਨਦੇ ਨੇ, ਉਹ ਇਹੋ ਜਿਹਾ ਕੋਈ ਕਰਮ ਕਿਉਂ ਕਰ ਰਹੇ ਆ ਜਿਹਦੇ ਨਾਲ ਲੋਕਾਂ ਦੀ ਜਾਨ ਦਾ ਖੌਅ ਬਣ ਜੇ। ਗੱਲ ਅੱਗੇ ਤੋਰਾਂਗੇ। ਅਦਾਲਤਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਵਿੱਚ ਕੋਈ 68 ਅਦਾਲਤਾਂ ਦੀ ਸੁਰੱਖਿਆ ਦੀ ਨਜ਼ਰਸਾਨੀ ਦੀ ਗੱਲ ਹੋ ਰਹੀ ਆ। ਆਖਰ ਖਤਰੇ ਕਿੱਥੇ ਨੇ? ਅੱਗੇ ਤੁਰਾਂਗੇ ਤਾਂ ਜਲੰਧਰ ਪੁੱਜਾਂਗੇ। ਕੱਲ ਭਗਵੰਤ ਮਾਨ ਗੁਰਦਾਸ ਮਾਨ ਨੂੰ ਜੱਫੀ ਪਾਈ ਫਿਰਦੇ ਸੀ। ਇੱਕ ਜਲਸੇ 'ਚ ਕਹਿੰਦੇ 1 ਸਾਲ ਹੋਰ ਦਿਓ, 1 ਸਾਲ ਹੋਰ। ਉਧਰ ਹਰਦੀਪੁਰੀ ਕਹਿੰਦੇ ਤੁਸੀਂ ਸਾਰੇ ਪਰਖ ਲਏ, ਮੋਦੀ ਸਾਹਿਬ ਨੂੰ ਪਰਖ ਲਓ। ਗੱਲ ਤੇ ਸਾਲ ਦੀ ਆ। ਇਲੈਕਸ਼ਨ ਤਾਂ ਮਈ 'ਚ ਆਈ ਖਲੋਤੀ, ਅਗਲੀ ਸਰਕਾਰ ਫਿਰ ਬਣ ਜਾਣੀ ਆ। ਸਾਲ 'ਚ ਜਲੰਧਰੀਓ ਵੇਖੋ ਤੇ ਸਹੀ, ਤੁਹਾਡੇ ਸੜਕਾਂ ਸੁੜਕਾਂ, ਤੁਹਾਡੇ ਇਹ ਸਾਰੇ ਸਮਾਰਟ ਸਿਟੀ ਸੁਟੀ। ਉਹਨਾਂ ਨਹੀਂ ਕਿਹਾ, ਮੈਂ ਕਹਿ ਰਿਹਾ। ਅੱਗੇ ਤੋਰਦੇ ਆ ਕਿ ਅੱਜ ਰਾਜੋਆਣਾ ਦੀ ਫਾਂਸੀ ਦੇ ਮਾਮਲੇ 'ਚ, ਸਜ਼ਾ ਦੇ ਮਾਮਲੇ 'ਚ ਕੀ ਕੋਈ ਫੈਸਲਾ ਆ ਸਕਦਾ? ਉਹਨਾਂ ਦੀ ਫਾਂਸੀ ਰੁਕੀ ਹੋਈ ਹੈ, ਬਾਕੀ ਫੈਸਲੇ ਅਜੇ ਲਟਕੇ ਹੋਏ ਨੇ। ਕੇਂਦਰ ਕੋਈ ਆਪਣੇ ਰਵੱਈਏ 'ਚ ਬਦਲਾਅ ਲਿਆ ਰਿਹਾ ਕਿ ਨਹੀਂ ਲਾ ਰਿਹਾ, ਅੱਜ ਇਹਦੇ ਉੱਤੇ ਨਜ਼ਰ ਆਏਗੀ। ਸੁਪਰੀਮ ਕੋਰਟ ਦੇ 2 ਫੈਸਲਿਆਂ ਤੇ ਜਾਵਾਂਗੇ। ਇੱਕ ਦੇ ਵਿੱਚ ਉਹ ਪੁੱਛਦੇ ਆ ਕਿ ਫਾਂਸੀ ਦੀ ਸਜ਼ਾ ਦਾ ਕੀ ਕੋਈ ਬਦਲ ਹੋ ਸਕਦਾ, ਆ ਲਟਕਾ ਦੇਣਾ ਕਿਸੇ ਨੂੰ ਰੱਸੇ ਨਾਲ। ਤੇ ਦੂਜੀ ਗੱਲ, 2 ਜੱਜ ਉਹ ਜੁਡੀਸ਼ਲ ਅਕੈਡਮੀ 'ਚ ਭੇਜ ਦਿੰਦੇ ਆ, ਸਿੱਖ ਕੇ ਆਓ। ਏਦਾਂ ਨਹੀਂ ਗੱਲ। ਆਖਰ 'ਚ ਚੱਲਾਂਗੇ ਨੈਸ਼ਨਲ ਰਾਜਨੀਤੀ ਤੇ। ਸ਼ਰਦ ਪਵਾਰ ਯਕਦਮ ਵੱਡਾ ਐਲਾਨ ਕਰ ਦਿੰਦੇ ਆ ਪਈ ਜੇ ਪ੍ਰਧਾਨਗੀ ਮੈਨੂੰ ਨਹੀਂ ਚਾਹੀਦੀ, ਫਿਰ ਸੋਚਣ ਲਈ ਮੰਨ ਗਏ। ਤੁਰਦੇ ਆ ਇੰਦਰਪ੍ਰੀਤ ਜੀ। ਸਕੱਤਰਤ ਦੇ ਵਿੱਚ ਕੱਲ ਭੜਥੂ ਪਿਆ ਰਿਹਾ, ਔਰ ਉਹ ਸਕੱਤਰਤ ਜਿਹੜਾ ਸਕੱਤਰਤ 7:30 ਲੱਗ ਗਿਆ, ਅਜੇ ਲੱਗਿਆ ਹੀ ਸੀ। ਲੋਕਾਂ ਦੀ ਆਮਦ ਤਾਂ ਹੈ ਨਹੀਂ ਸੀ, ਅਫਸਰ ਵਕਤ ਨੂੰ ਫੜੇ ਹੋਏ ਸੀ, ਭੱਜ ਭੱਜ ਕੇ ਪਹੁੰਚੇ। ਫਿਰ ਜਦੋਂ ਇੱਕ ਕੁੰਡੀ ਬੰਦ ਕਰਕੇ ਅਚਨਚੇਤ ਮੰਤਰੀ ਅੰਦਰ ਵੜ ਗਏ, ਫੁਸਰ ਫੁਸਰ ਹੋਣ ਲੱਗ ਗਈ। ਆਖਰ ਗੱਲ ਕੀ ਹੋਈ ਪਤਾ ਲੱਗਿਆ। ਇੱਕ ਖਬਰ ਆ ਰਹੀ ਆ, ਇੱਕ ਮੰਤਰੀ ਨਿਰਾਸ਼ਤਾ ਦੇ ਆਲਮ 'ਚ ਇੰਨੇ ਡੁੱਬੇ ਆ, ਮਤੇ ਕੁਝ ਕਰ ਨਾ ਲੈਣ। ਫਿਰ ਰੌਲਾ ਪਿਆ। ਉਸ ਰੌਲੇ ਦੇ ਵਿੱਚ ਫਿਰ ਬਾਅਦ ਦੇ ਵਿੱਚ ਮੰਤਰੀ ਨੂੰ ਮਿਲਾਇਆ ਜਾਂਦਾ ਮੁੱਖ ਮੰਤਰੀ ਨਾਲ ਕਿ ਨਹੀਂ। ਗੱਲ ਤੋਰੋ ਜ਼ਰਾ, ਗੱਲ ਕੀ ਹੋਈ? ਰੰਧਾਵਾ ਸਾਹਿਬ, ਕੱਲ ਦੇਖੋ ਪਰਸੋਂ ਦੀ ਉਹ ਚੱਲ ਰਹੀ ਹੈ ਜੱਦਾ ਸੁਖਪਾਲ ਖਹਿਰਾ ਹੋਣਾ ਨੇ ਇੱਕ ਵੀਡੀਓ ਕਲਿੱਪਸ ਜਿਹੜੇ ਹੈਗੇ ਨੇ ਉਹ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜੇ ਹੈਗੇ ਆ, ਤੇ ਉਹਨਾਂ ਨੇ ਅੱਗੇ ਇਹ DGP UT ਜਿਹੜੇ ਹੈਗੇ ਉਹਨਾਂ ਨੂੰ ਦੇਤੇ ਹੈ ਵੀ ਇਹਦੀ ਫੋਰੈਂਸਿਕ ਜਾਂਚ ਕਰਵਾਈ ਜਾਏ। ਦੇਖੋ ਜਦੋਂ ਇਸ ਤਰ੍ਹਾਂ ਦਾ ਆਇਆ ਤਾਂ ਨਾਲ ਦੀ ਨਾਲ ਹੀ ਇੱਕ ਜਿਹੜਾ ਟਵੀਟ ਕਰਤਾ। ਮੈਂ ਦੇਖੋ ਕਿਸੇ ਦਾ ਨਾਂ ਨਹੀਂ ਲਊਂਗਾ, ਕਿਸੇ ਮਿਨਿਸਟਰ ਦਾ, ਕਿਉਂਕਿ ਹਜੇ ਤੱਕ ਕਿਸੇ ਸਾਰਵਜਨਿਕ ਤੌਰ ਤੇ ਇਹ ਵੀਡੀਓ ਸਾਹਮਣੇ ਆਈ ਨਹੀਂ ਹੈ, ਤਾਂ ਮੇਰਾ ਨਾਂ ਲੈਣਾ ਇਸ ਕਰਕੇ ਵਾਜਿਬ ਵੀ ਨਹੀਂ ਹੈ। ਪਰ ਕੱਲ ਹੋਇਆ ਇਹ ਸੀਗਾ ਕਿ ਸਾਰੇ ਫਸਟ ਟਾਈਮ ਸੀ ਕਿ 7:30 ਵਜੇ ਸਾਰਿਆਂ ਨੂੰ ਬੁਲਾਇਆ ਸੀ। ਚੀਫ ਮਿਨਿਸਟਰ ਖੁਦ ਵੀ 7:28 ਤੇ ਕਹਿ ਰਹੇ ਸੀ ਮੈਂ ਆ ਗਿਆ, ਤਾਂ ਉਸ ਤੋਂ ਉਦੋਂ ਸਿਰਫ ਇੱਕ ਮਿਨਿਸਟਰ ਨਹੀਂ ਆਏ, ਬਾਕੀ ਸਾਰੇ ਆਏ ਸੀ। ਤੇ
ਸਭ ਨੂੰ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਅੱਜ ਉਹਨਾਂ ਦਾ ਅਸਤੀਫਾ ਲੈ ਲਿਆ ਜਾਊਗਾ। ਬਹੁਤ ਸਾਰੀਆਂ ਕਨਸੂਆਂ ਸੀ ਇਹ, ਪਰ ਇਸ ਤਰ੍ਹਾਂ ਦਾ ਨਹੀਂ ਹੋਇਆ। ਲੇਕਿਨ ਜਦੋਂ ਇਹ ਸੀਐਮ ਨੇ ਵੀ ਕਹਿਤਾ ਵੀ ਮੇਰੇ ਕੋਲ ਤਾਂ ਕੋਈ ਅਸਤੀਫਾ ਆਇਆ ਨਹੀਂ, ਨਾ ਹੀ ਮੇਰੇ ਕੋਲ ਕੋਈ ਵੀਡੀਓ ਆਇਆ, ਤਾਂ ਉਸ ਤੋਂ ਬਾਅਦ ਡੈਮੇਜ ਤਾਂ ਪਾਰਟੀ ਨੂੰ ਬਹੁਤ ਹੋ ਗਿਆ ਸੀਗਾ ਤੇ ਸਾਰੇ ਜਣੇ ਲੋਕ ਇਹੀ ਪੁੱਛਣ ਲੱਗੇ ਵੀ ਇਹ ਕੀ ਹੈ। ਉਸ ਤੋਂ ਬਾਅਦ 4 ਸੀਨੀਅਰ ਮਿਨਿਸਟਰ ਜਿਹੜੇ ਹੈਗੇ ਆ, ਹਰਪਾਲ ਚੀਮਾ, ਕੁਲਦੀਪ ਧਾਲੀਵਾਲ, ਅਮਨ ਅਰੋੜਾ ਔਰ ਚੇਤਨ ਸਿੰਘ ਜੋੜਾ ਮਾਜਰਾ, ਇਹ ਸਾਰੇ ਹਰਪਾਲ ਚੀਮਾ ਸਾਹਿਬ ਦੇ ਕਮਰੇ 'ਚ ਇਕੱਠੇ ਹੋਏ ਔਰ 1 ਘੰਟੇ ਤੋਂ ਜ਼ਿਆਦਾ ਲੰਬੇ ਟਾਈਮ ਤੱਕ ਇਹ ਮੀਟਿੰਗ ਚੱਲੀ। ਉੱਥੇ ਇਹ ਨਹੀਂ ਸੀ ਵੀ ਆਪਾਂ ਇਹਨੂੰ ਡੈਮੇਜ ਨੂੰ ਕੰਟਰੋਲ ਕਿਵੇਂ ਕਰਨਾ, ਉੱਥੇ ਇਹ ਸੀ, ਇਹ ਕੰਸੋ ਆ ਗਈ ਸੀ ਕਿ ਜਿਹੜੇ ਮਿਨਿਸਟਰ ਨੇ ਕਥਿਤ ਤੌਰ ਤੇ ਜਿਨ੍ਹਾਂ ਦਾ ਨਾਂ ਆ ਰਿਹਾ ਹੈ, ਉਹ ਬਹੁਤ ਨਿਰਾਸ਼ਾ ਦੇ ਆਲਮ 'ਚ ਚਲੇ ਗਏ ਹੈ, ਕਿਤੇ ਕੋਈ ਗਲਤ ਕਦਮ ਨਾ ਉਠਾ ਲੈਣ, ਇਸ ਤੇ ਥੋੜਾ ਜਿਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਤਾਂ ਮੇਰੀ ਸੂਚਨਾ ਹੈ ਕਿ ਕਿਸੇ ਇੱਕ ਐਮਐਲਏ ਤੇ ਕੁਝ ਗਰੁੱਪਸ ਦੇ ਜਿਹੜੇ ਬੜੇ ਸੀਨੀਅਰ ਲੀਡਰਸ ਹੈਗੇ ਆ, ਉਹਨਾਂ ਦੀ ਡਿਊਟੀ ਲਗਾਈ ਗਈ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ ਔਰ ਉਹਨਾਂ ਨੂੰ ਇਸ ਤੋਂ ਬਾਹਰ ਲੈ ਕੇ ਆਓ। ਤੇ ਬਹੁਤ ਲੰਬੇ ਸਮੇਂ ਤੋਂ ਬਾਅਦ ਮਤਲਬ ਇਹ ਜਿਹੜੀ ਚਰਚਾ ਉਹਨਾਂ ਨਾਲ ਚੱਲੀ, ਮਿਨਿਸਟਰ ਨਾਲ ਵੀ ਚੱਲੀ, ਉਹਨੂੰ ਮਨਾਇਆ ਗਿਆ ਕਿ ਨਹੀਂ ਇਸ ਤਰ੍ਹਾਂ ਦਾ ਕੋਈ ਕਦਮ ਨਾ ਤੁਸੀਂ ਉਠਾ ਲੈਣਾ ਜਾਂ ਕੋਈ ਵੀ ਗਲਤ ਕਦਮ ਨਹੀਂ ਉਠਾਣਾ ਆਪਾਂ ਨੇ। ਉਸ ਤੋਂ ਬਾਅਦ ਸੀਐਮਓ ਵੀ ਹਰਕਤ 'ਚ ਆਇਆ ਤੇ ਉਹਨਾਂ ਨੇ ਵੀ ਉਹਨਾਂ ਦੇ ਇੱਕ ਸੀਨੀਅਰ ਅਧਿਕਾਰੀ ਨੇ ਫੋਨ ਕੀਤਾ ਮਿਨਿਸਟਰ ਨੂੰ ਕਿ ਤੁਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਚੀਫ ਮਿਨਿਸਟਰ ਨਾਲ। ਤੇ ਚੀਫ ਮਿਨਿਸਟਰ ਨੂੰ ਉਹਨਾਂ ਨੇ ਆਪਣੀ ਸਾਰੀ ਸਥਿਤੀ ਸਪਸ਼ਟ ਕੀਤੀ ਕਿ ਵੀਡੀਓ ਜਿਹੜਾ ਕੋਈ ਅੱਜ ਦਾ ਨਹੀਂ ਹੈ, ਬਹੁਤ ਪੁਰਾਣਾ ਵੀਡੀਓ ਹੈ। ਤੇ ਮਤਲਬ ਉਸ ਤੋਂ ਬਾਅਦ ਮਤਲਬ ਅਜੇ ਇਹ ਕਿਹਾ ਹੋਇਆ ਹੈ ਕਿ ਤੁਸੀਂ ਘਬਰਾਓ ਨਾ, ਪਾਰਟੀ ਤੇ ਸਰਕਾਰ ਤੁਹਾਡੇ ਨਾਲ ਹੈ। ਇਸੇ ਕਰਕੇ ਚੀਫ ਮਿਨਿਸਟਰ ਨੇ ਵੀ ਉੱਥੇ ਤੁਸੀਂ ਕਹਿਣਾ ਵੀ ਜਿਹੜੀ ਪ੍ਰੈਸ ਕਾਨਫਰੰਸ ਵੀ ਹੋਈ ਸੀ ਉਸ ਤੋਂ ਪਹਿਲਾਂ, ਉਸ 'ਚ ਵੀ ਬੜੀ ਕਲੀਨ ਚਿੱਟ ਜੀ ਦੇਤੀ। ਹਾਲਾਂਕਿ ਸੁਖਪਾਲ ਖਹਿਰਾ ਹੋਰਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਹੈ ਕਿ ਜਦੋਂ ਚੀਫ ਮਿਨਿਸਟਰ ਇਹ ਕਹਿ ਰਹੇ ਆ ਕਿ ਉਹਨਾਂ ਨੇ ਵੀਡੀਓ ਦੇਖਿਆ ਹੀ ਨਹੀਂ, ਉਹਨਾਂ ਕੋਲ ਕੋਈ ਵੀਡੀਓ ਆਇਆ ਹੀ ਨਹੀਂ, ਤਾਂ ਫਿਰ ਉਹ ਕਲੀਨ ਚਿੱਟ ਕਿਉਂ ਦੇ ਰਹੇ ਆ? ਉਹਨਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਵੀ ਠੀਕ ਹੈ, ਜੇ ਕੋਈ ਆਇਆ ਤਾਂ ਮੈਂ ਜਾਂਚ ਕਰਵਾ ਲੂੰਗਾ। ਲੇਕਿਨ ਜੋ ਉਹ ਖੁਦ ਇੱਕ ਪਾਸੇ ਕਹੀ ਆ ਰਿਹਾ ਵੀ ਕਲੀਨ ਚਿੱਟ ਹੈਗੀ ਆ, ਮਤਲਬ ਕੋਈ ਐਦੀ ਹੈ ਨਹੀਂ, ਤੇ ਦੂਜੇ ਪਾਸੇ ਕਹੀ ਆ ਰਿਹਾ ਵੀ ਮਿਨਿਸਟਰ ਸਾਡਾ ਬੇਦਾਗ ਹੈ। ਇਹ ਦੋਨੋਂ ਚੀਜ਼ਾਂ ਨਹੀਂ ਚੱਲਣੀਆਂ, ਦੋਨੋਂ ਚੀਜ਼ਾਂ ਖਤਰਨਾਕ ਨੇ। ਸੋ ਕੱਲ ਬਹੁਤ ਹਰਕਤ ਰਿਹਾ। ਅੱਜ ਮੈਨੂੰ ਲੱਗਦਾ ਕਿ ਥੋੜਾ ਜਿਹਾ, ਕਿਉਂਕਿ ਅੱਜ ਸਵੇਰੇ ਸਵੇਰੇ ਇੱਕ ਖਬਰ ਆਈ ਹੈ ਕਿ ਕੱਲ ਦਾ ਜਿਹੜਾ ਬਹੁਤ ਸਾਰੇ ਜਿਹੜੇ ਬੰਦੇ ਫਟਾਫਟ ਮਿਨਿਸਟਰ ਵੀ ਸਾਰੇ ਪਹਿਲਾਂ ਪਹੁੰਚ ਗਏ ਤੇ ਅਧਿਕਾਰੀ ਵੀ ਬੜੀ ਤੇਜ਼ੀ ਨਾਲ 7:30 ਪਹੁੰਚ ਗਏ। ਅੱਜ ਜਿਹੜਾ ਹੁਣ 8:45 ਹੋ ਚੁੱਕਿਆ, ਅੱਜ ਸ਼ਾਇਦ ਇੱਕ ਆਧੇ ਮਿਨਿਸਟਰ ਹੀ ਆਇਆ ਤੇ ਅਧਿਕਾਰੀ ਵੀ ਬਹੁਤ ਹੀ ਘੱਟ ਆਏ ਨੇ। ਤੇ ਹੋ ਸਕਦਾ ਕਿ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਚੰਡੀਗੜ੍ਹ 'ਚ, ਇਹਦਾ ਵੀ ਅਸਰ ਹੋਵੇ। ਪਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਜਿਹੜਾ ਕੱਲ ਦਾ ਇੱਕ ਉਹ ਸੀਗਾ ਉਹ ਤਾਂ ਨਿਕਲ ਗਿਆ ਕਿ ਹਾਂ ਪਹਿਲੇ ਦਿਨ ਜਾਣਾ ਹੈ। ਹਾਂ, ਅੱਜ ਕਰਮਚਾਰੀ ਜ਼ਰੂਰ, ਕਿਉਂਕਿ ਮੈਂ 39 ਸੈਕਟਰ 'ਚ ਰਹਿਣਾ ਔਰ ਇੱਥੇ ਸਾਰੇ ਜਿਹੜੇ ਹੈਗੇ ਨੇ ਉਹ ਇਹ ਕਰਮਚਾਰੀਆਂ ਦਾ ਹੀ ਏਰੀਆ ਹੈ। ਇਸ 'ਚ ਜਿਹੜੇ ਮਤਲਬ ਉਹ ਬੜੀ ਤੇਜ਼ੀ ਨਾਲ ਸਵੇਰੇ ਸਵੇਰੇ 7 ਵਜੇ ਮੈਂ ਨਿਕਲਦੇ ਦੇਖੇ ਨੇ ਸਾਰੇ। ਪਰ ਅੱਜ ਮੈਨੂੰ ਹੁਣ ਪਤਾ ਚੱਲਿਆ ਕਿ ਅਧਿਕਾਰੀ ਤਾਂ ਕੋਈ ਉੱਥੇ ਨਹੀਂ ਆਇਆ। ਅਧਿਕਾਰੀ ਕਰਨ ਕੀ, ਲੋਕ ਤੇ ਆਏ ਨਹੀਂ। ਸਵੇਰੇ ਦਫ਼ਤਰਾਂ 'ਚ ਬੈਠੇ ਬਾਬੂ ਚਾਹ 2-2 4-4 ਵੀ ਪੀ ਕੇ ਮਿੱਠੇ ਵਾਲੀ ਤੇ ਆਪਣੇ ਭਾਰ ਦੀਆਂ ਗੱਲਾਂ ਕਰਦੇ ਰਹੇ ਵੀ ਇਦਾਂ ਤਾਂ ਜੀ ਬਹੁਤ ਵੇਟ ਵੱਧ ਜੂ। ਸਵਾਲ ਤੇ ਇਹ ਵੀ ਚੱਲਦਾ ਰਿਹਾ ਕਿ ਫੈਸਲਾ ਗਲਤ ਹੈ ਕਿ ਠੀਕ ਹੈ। ਸਵਾਲ ਇਹ ਵੀ ਤੁਰਦਾ ਰਿਹਾ ਕਿ ਸਵੇਰੇ ਐਕਸਰਸਾਈਜ਼ ਵੀ ਰਹਿ ਗਈ, ਅੱਜ ਸਵੇਰੇ ਘਰ ਦੇ 50 ਕੰਮ ਕਰਨ ਵਾਲੇ ਹੁੰਦੇ ਉਹ ਵੀ ਰਹਿ ਗਏ, ਇਹ ਕਿੱਦਾਂ ਚੱਲੂਗਾ? ਤੇ ਇਹ ਸਾਰੇ ਮਾਮਲੇ ਅਜੇ ਨਜਿੱਠੇ ਜਾਣੇ ਆ। ਅੱਜ ਮੰਤਰੀ ਵੀ ਸੋਚਦੇ ਹੋਣੇ ਆ, ਕਿਉਂਕਿ ਕਈ ਤਾਂ ਜਲੰਧਰ ਡਿਊਟੀ ਤੇ ਨੇ, ਕਈਆਂ ਦੀ ਡਿਊਟੀ ਲੱਗੀ ਹੋਈ ਆ, ਉਹਨਾਂ ਦੇ ਟਾਈਮ ਫਿਕਸ ਨੇ। ਕੱਲ ਮੁੱਖ ਮੰਤਰੀ ਵੀ ਜਲੰਧਰ 'ਚ ਸੀਗੇ। ਚਲੋ ਖੈਰ ਆਪਾਂ ਛੱਡਦੇ ਆ। ਇਹ ਵੇਖਣ ਵਾਲੀ ਗੱਲ ਆ ਕਿ ਗਵਰਨਰ ਨੇ ਜਦੋਂ ਡੀਜੀਪੀ ਚੰਡੀਗੜ੍ਹ ਨੂੰ ਉਹ ਵੀਡੀਓ ਭੇਜ ਕੇ ਉਹਦੀ ਜਾਂਚ 3 ਦਿਨਾਂ 'ਚ ਮੰਗੀ, ਅੱਜ ਦੂਜਾ ਦਿਨ ਤੇ ਹੋ ਗਿਆ। ਕੱਲ ਦੀ ਭੇਜੀ ਆ ਜਾਂ ਪਰਸੋਂ ਸ਼ਾਮ ਨੂੰ ਭੇਜੀ ਆ, ਅੱਜ ਤੀਜਾ ਦਿਨ ਹੈ। ਇਹਦਾ ਪਤਾ ਨਹੀਂ, ਹੁਣੇ ਪਤਾ ਲੱਗੂਗਾ। ਸਰਕਾਰ ਤੇ ਸੰਕਟ ਇਸ ਤਰ੍ਹਾਂ ਦੇ ਵੀ ਬਣਨ ਦੀ ਸੰਭਾਵਨਾ ਹੈ ਕਿ ਇੱਕ ਪੋਲੀਟੀਕਲ ਪਾਰਟੀ ਨੇ ਤਹਈਆ ਕੀਤਾ ਕਿ ਇਹਨੂੰ ਕਿਸੇ ਨਾ ਕਿਸੇ ਪੱਧਰ ਤੇ ਰਿਲੀਜ਼ ਕੀਤਾ ਜਾਵੇ ਜਾਂ ਕਰ ਦਿੱਤਾ ਜਾਵੇ ਜਾਂ ਹੋ ਜਾਵੇ। ਔਰ ਉਹਦੀ ਟਾਈਮਿੰਗ ਬਹੁਤ ਸੱਤਾਧਾਰੀਆਂ ਨੂੰ ਤੰਗ ਕਰ ਰਹੀ ਆ ਕਿ ਕਦੋਂ ਦਾ ਟਾਈਮ ਚੁਣਿਆ ਜਾ ਸਕਦਾ, ਕਿਉਂਕਿ ਚੋਰੀ ਯਾਰੀ ਗੁੱਜੀ ਨਾ ਰਵੇ। ਅਗਲੀ ਗੱਲ ਮੈਂ ਚਮਕੀਲੇ ਵਾਲੀ ਨਹੀਂ ਬੋਲਣੀ ਕਿ ਇਲੈਕਸ਼ਨ ਦੇ ਵਿੱਚ ਸਭ ਕੁਝ ਤੁਹਾਨੂੰ ਪਤਾ ਹੈ ਕਿ ਹੁੰਦਾ ਹੀ ਹੈ। ਗੁਰਦਾਸਪੁਰ ਜ਼ਿਲ੍ਹੇ ਦੀ ਉਹ ਚੋਣ ਤੁਹਾਨੂੰ ਯਾਦ ਹੋਣੀ ਆ, ਸੁਨੀਲ ਜਾਖੜ ਵਾਲੀ, ਚੰਦ ਚੜ੍ਹਦੇ ਜਦੋਂ ਫਿਰ ਉਹ ਚੜ੍ਹਦੇ ਰੋਕੇ ਨਹੀਂ ਜਾਂਦੇ। ਭਾਸਕਰ ਸਾਹਿਬ ਅੱਗੇ ਤੁਰਦੇ ਆ। ਰੰਧਾਵਾ ਜੀ, ਉਸ ਵੀਡੀਓ ਦੇ ਉੱਤੇ ਸਿਆਸਤ ਜਲੰਧਰ ਦੀ ਜਿਮਨੀ ਚੋਣਾਂ ਦੇ ਵਿੱਚ ਤੇਜ਼ ਹੋ ਗਈ ਹੈ। ਡੇਟਾ ਅਨਾਉਂਸ ਹੋ ਰਹੀ ਹੈ ਵੀ 7 ਤਰੀਕ ਨੂੰ, ਕਿਉਂਕਿ 7 ਤਰੀਕ ਤੋਂ ਬਾਅਦ 8 ਤਰੀਕ ਨੂੰ ਪ੍ਰਚਾਰ ਬੰਦ ਹੋਣਾ ਹੈ। ਕੇਜਰੀਵਾਲ ਹੋਣਾ
7 ਤਰੀਕ ਨੂੰ ਜਲੰਧਰ ਦੇ ਵਿੱਚ ਰੋਡ ਸ਼ੋਅ ਕਰਨਗੇ। ਉਸ ਟਾਈਮ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਨੇ ਇਸ ਵੀਡੀਓ ਨੂੰ ਭਾਵੇਂ ਬਾਹਰੋਂ ਭਾਵੇਂ ਅੰਦਰੋਂ ਕਿਸੇ ਵੀ ਤਰੀਕੇ ਨਾਲ ਵਾਇਰਲ ਕਰਾਉਣ ਦੀ ਇੱਕ ਕਵਾਇਦ ਜ਼ਰੂਰ ਸ਼ੁਰੂ ਕੀਤੀ ਹੈ। ਹਰਪਾਲ ਚੀਮਾ ਉਹਨਾਂ ਨੇ ਤੇ ਇਹ ਵੀ ਕਹਿਤਾ ਕਿ ਉਹਨਾਂ ਨੇ ਇਹ ਵੀਡੀਓ ਦੇਖ ਲਈ ਹੈ ਔਰ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਮੰਤਰੀ ਦੀ ਕੋਈ ਫੋਟੋ ਉਹਦੇ ਵਿੱਚ ਨਹੀਂ ਹੈ ਜਾਂ ਕੋਈ ਇਨਵੋਲਵਮੈਂਟ ਨਹੀਂ ਹੈ। ਇਸ ਗੱਲ ਦੇ ਰਾਹੀਂ ਇੱਕ ਤਰੀਕੇ ਨਾਲ ਕਲੀਨ ਚਿੱਟ ਵੀ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਇਸ ਮੁੱਦੇ ਤੇ ਸਿਆਸਤ ਕਿੱਥੇ ਜਾਂਦੀ ਹੈ? ਹੁਣ ਇਹ ਮੁੱਦਾ ਜਾਏਗਾ ਕਿੱਦਾਂ? ਸਰਕਾਰ ਦੀ ਪੂਰੀ ਕੋਸ਼ਿਸ਼ ਹੈਗੀ ਹੈ ਕਿ 7 ਤਰੀਕ ਜਾਂ 10 ਤਰੀਕ ਲੰਘਾ ਲਈਏ। 10 ਤਰੀਕ ਮਤਲਬ ਜਲੰਧਰ ਜ਼ਿਮਨੀ ਚੋਣ ਦੀ ਪੋਲਿੰਗ। 10 ਤਰੀਕ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਸਿਆਸਤ ਇੱਕ ਵਾਰ ਸਰਕਾਰ ਵੱਲੋਂ ਫੇਰ ਗਰਮਾਏਗੀ। ਪਰ ਕੀ ਆਪੋਜੀਸ਼ਨ ਪਾਰਟੀਆਂ ਇਸ ਮੁੱਦੇ ਨੂੰ ਅੰਡਰ ਦਾ ਕਾਰਪੇਟ 10 ਤਰੀਕ ਤੱਕ ਰੱਖਣਗੀਆਂ? ਇਹ ਮੁੱਦਾ ਸਰਕਾਰ ਨੂੰ ਕਿੰਨਾ ਕੁ ਭਾਰੀ ਪਾ ਸਕਦਾ ਹੈ ਔਰ ਵਿਰੋਧੀ ਪਾਰਟੀਆਂ ਨੂੰ ਕਿੰਨਾ ਕੁ ਉੱਤੇ ਲੈ ਕੇ ਜਾ ਸਕਦਾ ਹੈ? ਇਸ ਗੱਲ ਦਾ ਜ਼ਿਕਰ ਹਰ ਪੋਲੀਟੀਕਲ ਪਾਰਟੀ ਦੇ ਵਿੱਚ ਹੋ ਰਿਹਾ। ਇੰਦਰਪ੍ਰੀਤ ਜੀ, ਖਬਰ ਤਾਂ ਭਾਸਕਰ ਸਾਹਿਬ ਤੋਂ ਮੇਨ ਲੈਣੀ ਆ। ਖਬਰ ਪੰਜਾਬ ਤੇ ਦਿੱਲੀ ਦੀ ਸਾਂਝੀ ਆ, ਐ ਸਰਹੱਦੋ ਸਰਹੱਦੀ ਹੋਈ ਪਈ ਆ, ਕਿਉਂਕਿ ਸਰਕਾਰ ਸਾਂਝੀ ਆ ਤੇ ਖਬਰਾਂ ਵੀ ਸਾਂਝੀਆਂ ਹੋਣਗੀਆਂ। ਉੱਪਰਲੀ ਸੱਤਾ ਭਾਵੇਂ ਦਿੱਲੀ ਨਾਲ ਪੰਜਾਬ ਨਾਲ ਵੱਖਰੀ ਤਰ੍ਹਾਂ ਦੀ ਨਜ਼ਰੀਏ ਨਾਲ ਤੁਰਦੀ ਹੋਵੇ, ਪਰ ਸਵਾਲ ਤਾਂ ਸੇਮ ਹੈ। ਰਾਘਵ ਚੱਡਾ ਦਾ ਮਾਮਲਾ ਜਦੋਂ ਹੀ ਨੈਸ਼ਨਲ ਲੈਵਲ ਦੇ ਅਖਬਾਰਾਂ ਨੇ ਔਰ ਟੀਵੀ ਚੈਨਲਸ ਨੇ ਰਾਘਵ ਚੱਡਾ ਦਾ ਨਾਂ ਉਛਾਲਣਾ ਸ਼ੁਰੂ ਕੀਤਾ ਕਿ ਉਹਨਾਂ ਦਾ ਜ਼ਿਕਰ ਚਾਰਜ ਸ਼ੀਟ 'ਚ ਹੈ, ਉਹ ਤੁਰੰਤ ਹਰਕਤ 'ਚ ਆਏ। ਉਹਨਾਂ ਨੇ ਸਭ ਨੂੰ ਕਿਹਾ ਕਿ ਹੱਥ ਜੋੜ ਕੇ ਬੇਨਤੀ ਆ, ਇਹਨੂੰ ਕਰੋ ਬੰਦ। ਮੈਂ ਕਿਤੇ ਮੁਲਜ਼ਮ ਨਹੀਂ ਤੇ ਮੈਂ ਕਿਧਰੇ ਗਵਾਹ ਨਹੀਂ। ਮੇਰਾ ਨਾਂ ਜੇ ਆਇਆ ਕਿਸੇ ਮੀਟਿੰਗ 'ਚ, ਈਡੀ ਨੇ ਮੇਰਾ ਨਾਂ ਕਿਸੇ ਇਸ ਕਰਕੇ ਨਹੀਂ ਲਿਆ ਕਿ ਮੈਂ ਸ਼ਾਮਲ ਹੈ, ਮੈਂ ਘੁਟਾਲੇਬਾਜ਼ ਹਾਂ। ਇਹਦਾ ਮਤਲਬ ਹੈ ਕਿ ਜਿਨ੍ਹਾਂ ਦੇ ਨਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਜਿਨ੍ਹਾਂ ਦੇ ਨਾਂ ਉਹਨਾਂ ਲਈ ਤਾਂ ਤੁਸੀਂ ਵੈਸੇ ਪਹਿਲਾਂ ਹੀ ਇੱਕ ਕਟਹਿਰਾ ਖੜਾ ਕਰਤਾ ਵੀ ਦੋਸ਼ੀ ਉਹ ਹੋਣਗੇ, ਮੈਂ ਤਾਂ ਹੈ ਨਹੀਂ, ਮੈਨੂੰ ਕਿਉਂ ਲਿਆਉਂਦੇ ਹੋ ਵਿੱਚ? ਖੈਰ ਇਹ ਇੱਕ ਵੱਖਰੀ ਗੱਲ ਆ। ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਅਸੀਂ ਜੇ ਬਿਲਕੁਲ ਪਾਕ ਸਾਫ਼ ਮੰਨ ਕੇ ਰਾਘਵ ਚੱਡਾ ਸਾਹਿਬ ਨੂੰ ਪਾਸੇ ਵੀ ਰੱਖ ਲਈਏ ਪਲ ਦੀ ਪਲ, ਇਹਦਾ ਕਨੈਕਸ਼ਨ ਪੰਜਾਬ ਨਾਲ ਇਸ ਕਰਕੇ ਵੀ ਜੁੜਦਾ ਹੈ ਕਿ ਏਜੰਸੀਆਂ ਪੰਜਾਬ ਦੇ ਅਧਿਕਾਰੀਆਂ ਦੇ ਘਰਾਂ 'ਚ ਦਬਿਸ਼ ਦੇ ਚੁੱਕੀਆਂ ਨੇ। ਪੁੱਛਗਿੱਛ ਤੇ ਕਈ ਗੇੜ ਹੋ ਚੁੱਕਿਆ ਉਸ ਦੌਰ 'ਚ ਕਈ ਮਹੀਨੇ ਪਹਿਲਾਂ। ਤੇ ਇਸ ਤੋਂ ਬਾਅਦ ਇੱਕ ਮੁੱਖ ਵਿਰੋਧੀ ਧਿਰ ਦੇ ਆਗੂ ਨੇ ਇਹ ਕਿਹਾ ਕਿ L1 ਜਿਹਦਾ ਜ਼ਿਕਰ ਐਕਸਾਈਜ਼ ਪਾਲਿਸੀ ਦੇ ਵਿੱਚ ਉਸ ਸਕੈਂਡਲ ਵਜੋਂ ਦੇਖਿਆ ਜਾ ਰਿਹਾ, ਉਸ L1 ਪੰਜਾਬ ਦੇ ਵਿੱਚ 2 ਸਾਲਾਂ 'ਚ 2 ਤਰੀਕੇ ਨਾਲ ਆਪਰੇਟ ਹੋਇਆ, 2 ਤਰੀਕੇ ਨਾਲ ਰੈਵਨਿਊ ਮਾਡਲ ਉਹਦੇ ਵਿੱਚ ਦੇਖਿਆ ਗਿਆ। ਇਹਨੂੰ ਕਿੱਦਾਂ ਲੈਂਦੇ ਹੋ? ਰੰਧਾਵਾ ਸਾਹਿਬ, ਅਸਲ 'ਚ ਜਦੋਂ ਦੀ ਇਹ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਦਾ ਮਾਮਲਾ ਸਾਹਮਣੇ ਆਇਆ ਹੈ, ਚਾਹੇ ਉਹ ਜਾਂਚ ਈਡੀ ਕਰ ਰਹੀ ਹੋਵੇ, ਚਾਹੇ ਉਹ ਜਾਂਚ ਸੀਬੀਆਈ ਕਰ ਰਹੀ ਹੋਵੇ, ਉਹ ਆਉਣ ਤੋਂ ਤੁਰੰਤ ਬਾਅਦ ਹੀ ਪੰਜਾਬ ਦੀ, ਕਿਉਂਕਿ ਐਕਸਾਈਜ਼ ਪਾਲਿਸੀ ਵੀ ਸੇਮ ਉਸੇ ਨਜ਼ਰੀਏ ਤੋਂ ਬਣੀ ਹੋਈ ਹੈ, ਇਸ ਕਰਕੇ ਪੰਜਾਬ ਦੀ ਵੀ ਨਾਲ ਹੀ ਆ ਗਈ। ਤੇ ਤੁਹਾਨੂੰ ਯਾਦ ਹੋਊਗਾ ਉਦੋਂ ਈਡੀ ਨੇ ਪੰਜਾਬ ਦੇ ਕੁਝ ਅਧਿਕਾਰੀਆਂ ਦੇ ਘਰਾਂ 'ਚ ਵੀ ਦਬਿਸ਼ ਦਿੱਤੀ ਸੀ ਤੇ ਉਸ 'ਚ ਮਤਲਬ ਸਾਰਾ ਕੁਝ ਉਹਨਾਂ ਨੇ ਪਤਾ ਕੀਤਾ ਸੀਗਾ ਵੀ ਕਿੱਥੇ ਕੀ ਕਿਸਦਾ ਰੋਲ ਹੈਗਾ। ਤਾਂ ਹੋ ਸਕਦਾ ਹੈ ਕਿ ਇਹਦਾ ਇਹ ਰੋਲ ਆਵੇ, ਮਤਲਬ ਕਿਸੇ ਵੀ ਜਿਹੜੀਆਂ ਮੀਟਿੰਗਸ ਹੋਈਆਂ ਨੇ ਕਿਹਦੇ ਨਾਲ ਹੋਈਆਂ ਨੇ, ਉਹਦੇ 'ਚ ਕੌਣ ਕੌਣ ਸ਼ਾਮਲ ਸੀ, ਇਹ ਸਾਰਾ ਈਡੀ ਜਾਂ ਸੀਬੀਆਈ ਨੇ ਇਹਦੀ ਤਿਆਰੀ ਤਾਂ ਪ੍ਰੋਪਰ ਕੀਤੀ ਹੀ ਹੋਏਗੀ, ਤਾਂ ਹੀ ਕਿਸੇ ਦਾ ਵੀ ਨਾਂ ਆਂਦਾ ਜਾਂ ਕੱਟਿਆ ਜਾਂਦਾ ਉਹ ਉਹਦੇ ਜਿਹੜੇ ਸਟੇਟਮੈਂਟਸ ਨੇ ਉਹਦੇ ਉੱਤੇ ਆਧਾਰਿਤ ਹੈ। ਦੂਸਰਾ ਜਿਹੜਾ ਤੁਸੀਂ ਕਿਹਾ ਕਿ ਇਹ L1 ਦਾ ਐਕਚੁਅਲੀ ਜਿਹੜਾ ਕਾਰੋਬਾਰ ਹੈ ਸ਼ਰਾਬ ਦਾ, ਉਹ ਹੈ ਹੀ L1 ਨੂੰ ਲੈ ਕੇ ਹੈ ਕਿ ਉਹ ਕਿਹਦੇ ਕੋਲ ਹੋਵੇ, ਚਾਹੇ ਉਹ ਦਿੱਲੀ 'ਚ ਕਾਰੋਬਾਰ ਕਰਨਾ ਹੋਵੇ, ਚਾਹੇ ਉਹ ਪੰਜਾਬ ਦੇ ਵਿੱਚ ਕਾਰੋਬਾਰ ਕਰਨਾ ਹੋਵੇ। ਦਿੱਲੀ ਦੇ ਕਾਰੋਬਾਰ ਦਾ ਜਦੋਂ ਪਹਿਲਾਂ ਜਿਨ੍ਹਾਂ ਕੋਲੇ ਸੀਗਾ ਇਹ ਕਾਰੋਬਾਰ, ਉਹਨਾਂ ਤੋਂ ਲੈ ਕੇ ਕਿਸੇ ਹੋਰ ਨੂੰ ਦੇਣਾ ਸੀ, ਤਾਂ ਇਹ ਕਿਹਾ ਗਿਆ ਵੀ ਉਹਨਾਂ ਤੇ ਆਰਮ ਟਵਿਸਟਿੰਗ ਕੀਤੀ ਗਈ। ਤੇ ਪੰਜਾਬ 'ਚ ਕਿਉਂਕਿ ਉਹਨਾਂ ਦੀਆਂ 2 ਡਿਸਟਿਲਰੀਆਂ ਨੇ, ਉਹਨਾਂ ਨੂੰ ਬੰਦ ਮੌਖਿਕ ਤੌਰ ਤੇ ਕੀਤਾ ਤੇ ਜਦੋਂ ਤੱਕ ਉਹਨਾਂ ਨੇ ਉਸ ਤੇ ਸਮਝੌਤਾ ਨਹੀਂ ਕਰ ਲਿਆ ਤੇ ਉਸ ਤੋਂ ਪਿੱਛੇ ਨਹੀਂ ਹਟੇ ਦਿੱਲੀ ਤੋਂ, ਤਾਂ ਤੱਕ ਇਹ ਨਹੀਂ ਚਲਾਈਆਂ ਗਈਆਂ। ਉਸ ਤੋਂ ਬਾਅਦ ਫਿਰ ਪੰਜਾਬ ਦਾ ਵੀ ਆ ਗਿਆ ਕਿ ਪੰਜਾਬ ਦੇ ਜਿਹੜੇ L1 ਠੇਕੇਦਾਰ ਨੇ, ਉਹ ਪਿਛਲੇ ਵਿਕਰਮ ਮਜੀਠੀਆ ਹੋਰਾਂ ਨੇ ਇੱਕ ਐਲੀਗੇਸ਼ਨ ਲਗਾਇਆ ਸੀਗਾ ਕਿ ਜਿਹੜੀ ਪੰਜਾਬ ਦੇ ਵਿੱਚ ਪਹਿਲਾਂ ਸੀਗੇ 74-75 ਦੇ ਕਰੀਬ L1 ਠੇਕੇ ਦਿੱਤੇ ਜਾਂਦੇ ਸੀ ਔਰ ਇਹ ਡੀਸੈਂਟਰਲਾਈਜ਼ਡ ਜਾਂ ਕੰਮ ਸੀ, ਬਹੁਤ ਸਾਰੇ ਜਾਣੇ ਹੁੰਦੇ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਇਹਨੂੰ 7 ਤੱਕ ਸੀਮਿਤ ਕਰਤਾ। ਔਰ ਜਦੋਂ ਅਸੀਂ ਇਸ ਤੇ ਪਤਾ ਕੀਤਾ ਵੀ ਇਹ ਕਿਉਂ ਕੀਤਾ, ਉਹਨਾਂ ਨੇ ਕਿਹਾ ਕਿ ਜਿਹੜੇ ਬਾਕੀ ਠੇਕੇਦਾਰ ਕੋਈ ਐਡੇ ਵੱਡੇ ਹੈ ਨਹੀਂ ਹੈ, ਅਸੀਂ ਇਹਦੀ ਫੀਸ ਜਿਹੜੀ ਹੈ ਉਹ ਵਧਾਉਣਾ ਚਾਹੁੰਦੇ ਹਾਂ ਤੇ ਉਹ ਸਿਰਫ ਉਹੀ ਦੇ ਸਕਦੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਜਿਨ੍ਹਾਂ ਦੀ ਜਿਹੜੀ ਸੇਲ ਹੈ 25 ਲੱਖ ਪੇਟੀਆਂ ਪਰ ਈਅਰ ਹੈ। ਅਸੀਂ ਉਹਨਾਂ ਦੀ ਜਿਹੜੀ ਫੀਸ ਹੈ ਉਹ 5 ਲੱਖ ਤੋਂ ਵਧਾ ਕੇ 45 ਲੱਖ ਕਰਨ ਜਾ ਰਹੇ ਹਾਂ।
ਸੋ ਸੌਰੀ 9 ਲੱਖ ਤੋਂ ਵਧਾ ਕੇ 45 ਲੱਖ ਕਰਨ ਜਾਣੇ, ਯਾਨੀ 5 ਗੁਣਾ ਵਧਾਤੀ ਆ ਫੀਸ ਉਹ। ਸੋ ਉਹਦੇ ਨਾਲ ਹੋਇਆ ਕੀ ਹੈ ਕਿ ਉਹਦੇ ਨਾਲ ਜਿਹੜੇ ਵੱਡੇ ਕਾਰੋਬਾਰ 74 75 ਕਾਰੋਬਾਰੀ ਸੀ ਜਿਨ੍ਹਾਂ ਕੋਲ ਇਹ ਸਾਰਾ L1 ਦਾ ਕੰਮ ਸੀਗਾ, ਉਹ ਸਿਰਫ ਸੀਮਿਤ ਹੋ ਗਏ 7 ਤੱਕ। ਇਹ ਕੀ ਉਸੇ ਪਾਲਿਸੀ ਦਾ ਹਿੱਸਾ ਹੈ ਜੋ ਦਿੱਲੀ 'ਚ ਸੀ। ਇਸ ਕਰਕੇ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਵੀ ਪੁੱਛਤਾਛ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਜਾਂ ਉਹ ਵੀ ਉਹਨਾਂ ਦੀ ਜਿਹਨੂੰ ਕਹਿੰਦੇ ਆ ਵੀ ਸੰਦਿਗਧ ਦ੍ਰਿਸ਼ਟੀ ਹੈ ਉਹਨਾਂ ਤੇ ਵੀ ਕਿ ਇਹਨਾਂ ਦਾ ਵੀ ਕੋਈ ਰੋਲ ਉਸ 'ਚ ਹੈ ਕਿ ਨਹੀਂ ਹੈ। ਜੀ, ਇਹਦੇ ਵਿੱਚ ਦੂਜਾ ਮਾਮਲਾ ਇਹ ਸੀ ਕਿ ਪਹਿਲੇ ਸਾਲ 'ਚ ਸਰਕਾਰ ਦੇ 'ਚ ਜਿਹੜੀ ਪਾਲਿਸੀ ਬਣੀ ਉਹਦੇ ਵਿੱਚ L1 ਦਾ ਰੈਵਨਿਊ ਕਾਫੀ ਘੱਟ ਰੱਖਿਆ ਗਿਆ, ਲੇਕਿਨ ਇਸ ਸਾਲ ਦੀ ਪਾਲਿਸੀ ਜਿਹੜੀ 1 ਅਪ੍ਰੈਲ ਤੋਂ ਲਾਗੂ ਹੋਈ ਆ, ਅਮਲ 'ਚ ਆਈ ਆ, ਉਹਦੇ ਵਿੱਚ L1 ਦੀ ਫੀਸ ਕਾਫੀ ਜ਼ਿਆਦਾ ਸਰਕਾਰੀ ਖਜ਼ਾਨੇ ਦੇ ਵਿੱਚ ਆਉਣ ਦੀ ਸੰਭਾਵਨਾ ਹੈਗੀ ਆ ਜਾਂ ਇਹਦੇ 'ਚ ਆਏਗੀ। ਇਹ ਮਾਮਲੇ ਵਿਕਰਮ ਮਜੀਠੀਆ ਨੇ ਉਠਾਏ ਸੀ ਕਿ ਜੇ ਪਿਛਲੇ ਸਾਲ ਘੱਟ ਫੀਸ ਲਈ ਗਈ ਆ ਤੇ ਉਹ ਕਿਹਦੀ ਜੇਬ 'ਚ ਗਈ ਇਹਦੀ ਜਾਂਚ ਹੋਵੇ। ਇਹ ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ? ਇਹ ਮੈਂ ਸਿਰਫ ਇਹੀ ਕਹਿਣਾ ਚਾਹ ਰਿਹਾ ਸੀ ਵੀ ਜਿਹੜੀ ਇਹ ਸਰਕਾਰ ਨੇ ਇਸ ਜਿਹੜੀ ਨਵੀਂ ਪਾਲਿਸੀ ਹੈ ਇਸ ਸਾਲ ਦੀ 1 ਅਪ੍ਰੈਲ ਤੋਂ ਜਿਹੜੀ ਲਾਗੂ ਹੋਈ ਹੈ ਉਹਦੇ ਵਿੱਚ ਇਹ ਫੀਸ ਵਧਾਈ ਹੈ। ਬੇਸ਼ੱਕ ਉਹਦੇ 'ਚ ਆਏ 7 ਲੋਕ ਨੇ, ਪਰ ਜਿਹੜੀ ਇਹ 45 ਲੱਖ ਵਾਲੀ ਫੀਸ ਹੋਊਗੀ ਇਹ ਸ਼ਾਇਦ 2 ਜਾਂ 3 L1 ਵਾਲੇ ਕੋਲ ਹੀ ਹੈ। ਬਾਕੀ ਸਾਰਿਆਂ ਨੂੰ ਤਾਂ ਉਹੀ ਕਿਉਂਕਿ ਉਹਨਾਂ ਦੀ ਸੇਲ ਜਿਹੜੀ ਹੈ 25 ਲੱਖ ਪੇਟੀਆਂ ਤੋਂ ਘੱਟ ਹੈ, ਉਹਨਾਂ ਨੂੰ ਤਾਂ ਉਹੀ ਪੇ ਕਰਨੀ ਪੈਣੀ ਹੈ ਜੋ ਆਲਰੇਡੀ ਪਹਿਲਾਂ ਉਹ ਪੇ ਕਰ ਰਹੇ ਸੀ। ਇਸ ਤੋਂ ਅੰਦਾਜ਼ਾ ਇਹ ਹੋ ਰਿਹਾ ਕਿ ਸਰਕਾਰਾਂ ਕਿਵੇਂ ਦਿਖਾ ਕੁਝ ਹੋ ਰਹੀਆਂ ਨੇ, ਲੇਕਿਨ ਐਕਚੁਅਲੀ ਜਿਹੜਾ ਕਾਰੋਬਾਰ ਹੈ ਉਹ ਸਿਰਫ 2 ਜਾਂ 3 ਹੱਥਾਂ ਤੱਕ ਹੀ ਸੀਮਿਤ ਕਰਨਾ ਚਾਹੁੰਦੀਆਂ ਨੇ। ਫਿਰ ਉਹ ਜਿਹੜੇ ਇਹ ਐਲੀਗੇਸ਼ਨ ਲੱਗਦੇ ਹੈ ਕਿ ਅੰਡਰ ਦਾ ਟੇਬਲ ਕੁਝ ਲੈਣ ਦੇਣ ਚੱਲਦਾ ਹੈ, ਉਹ ਸ਼ਾਇਦ ਉਹਨਾਂ 1 ਜਾਂ 2 ਜਿਹੜੇ ਵੀ ਹੈਗੇ ਨੇ ਵੱਡੇ ਉਹਨਾਂ ਦੇ ਰਾਹੀਂ ਹੀ ਚੱਲਦਾ ਹੋਵੇਗਾ, ਜਿਹਦੀ ਜਾਂਚ ਮਤਲਬ ਇਸ ਟਾਈਮ ਚੱਲ ਰਹੀ ਹੈ। ਕਥਿਤ ਤੌਰ ਤੇ ਚੱਲ ਸਕਦਾ ਹੈ। ਇਹ ਜਾਂਚ ਦੇ ਘੇਰਿਆਂ 'ਚ ਸਰਕਾਰਾਂ ਤੇ ਇਹੀ ਐਲੀਗੇਸ਼ਨ ਹੁੰਦੇ ਆ। ਭਾਸਕਰ ਸਾਹਿਬ, ਸਵਾਲ ਇਹ ਹੈ ਕਿ ਰਾਘਵ ਚੱਡਾ ਸਾਹਿਬ ਕੋਲ ਨਾ ਕੋਈ ਦਿੱਲੀ ਦੇ ਵਿੱਚ ਇਸ ਤਰ੍ਹਾਂ ਦਾ ਅਹੁਦਾ ਤੇ ਨਾ ਪੰਜਾਬ ਦੇ ਵਿੱਚ ਸਵਾਏ ਮੈਂਬਰ ਪਾਰਲੀਮੈਂਟ ਹੋਣ ਤੋਂ। ਉਹਨਾਂ ਦੀ ਤਾਂ ਜਿਹੜੀ ਉਹ ਵੱਡੀ ਸਲਾਹਕਾਰ ਬੋਰਡ ਦੀ ਵੱਟੇ ਖਾਤੇ ਪਈ ਹੋਈ ਆ, ਸੋ ਕਿਹੜੇ ਖਾਤੇ 'ਚ ਆਉਣਗੇ ਉਹ ਤਾਂ ਬਣਦਾ ਹੀ ਨਹੀਂ। ਉਹ ਤਾਂ ਆਪਣਾ ਰੋਣਾ ਰੋ ਰਹੇ ਆ, ਠੀਕ ਕਹਿ ਰਹੇ ਆ ਕਿ ਮੇਰਾ ਦੱਸੋ ਕੀ ਲੈਣਾ ਦੇਣਾ, ਮੈਂ ਤਾਂ ਵਰਤਿਆ ਹੀ ਜਾਣਾ, ਮੈਨੂੰ ਤਾਂ ਤੁਸੀਂ ਇਲੈਕਸ਼ਨਾਂ ਜਿੱਤਣ ਲਈ ਭੇਜ ਦਿੰਦੇ ਹੋ, ਨਾਲੇ ਅਜੇ ਉਮਰ ਵੀ ਕੀ ਆ ਇਹਨਾਂ ਮਾਮਲਿਆਂ 'ਚ। ਪਰ ਸਿਆਣੇ ਤੇ ਕਈ ਹੋਰ ਵਿੱਚ ਘੁਣਤਰੀ ਭਾਸਕਰ ਸਾਹਿਬ ਵਰਗੇ ਨਾਲ ਹੀ ਕਹਿ ਦਿੰਦੇ ਆ ਵੀ ਫਿਰ ਵਿਜੇ ਨਾਇਰ ਤਾਂ ਮੇਰੇ ਖਿਆਲ ਤੁਹਾਡੀ ਕੀ ਏਜ ਗਰੁੱਪ ਦੇ ਉਹ ਵੀ ਆ, ਉਹਨਾਂ ਕੋਲ ਵੀ ਕਿਹੜਾ ਕੋਈ ਅਹੁਦਾ ਸੀ, ਉਹ ਕਿਉਂ ਅੰਦਰ ਦਿੱਤੇ ਹੋਏ ਆ ਢੱਲ ਸਾਹਿਬ ਕਾਰੋਬਾਰ ਕਰਦੇ ਕਰਦੇ ਅੰਦਰ ਚਲੇ ਗਿਆ। ਇਹ ਸਾਰੇ ਮਾਮਲੇ ਇਸ ਤਰ੍ਹਾਂ ਦੇ ਆ। ਸੋ ਅਸੀਂ ਟੋਟਲ ਰਾਘਵ ਚੱਡਾ ਸਾਹਿਬ ਦੀ ਸਟੇਟਮੈਂਟ ਤੇ ਜਾਂਦੇ ਆ ਕਿ ਈਡੀ ਨੇ ਸਿਰਫ ਇੱਕ ਨਾਂ ਵਿੱਚ ਲਿਖਿਆ ਦਰਜ ਕੀਤਾ, ਹੋਰ ਕੋਈ ਲੈਣਾ ਦੇਣਾ ਨਹੀਂ। ਪਰ ਇੰਨਾ ਰੌਲਾ ਕਿਉਂ, ਇੰਨਾ ਸ਼ੋਰ ਕਿਉਂ ਭਾਸਕਰ ਸਾਹਿਬ? ਦੇਖੋ, ਈਡੀ ਨੇ ਸਿਰਫ ਨਾਂ ਲਿਆ ਹੈ। ਬਿਲਕੁਲ ਸੈਕਿੰਡ ਸਪਲੀਮੈਂਟਰੀ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਹੈ ਈਡੀ ਨੇ, ਉਹਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਦੇ PA ਅਰਵਿੰਦ, ਉਹਨਾਂ ਦੀ ਬਿਆਨਾਂ ਦੇ ਅਨੁਸਾਰ ਉਹ ਮੀਟਿੰਗ ਜ਼ੂਮ ਮੀਟਿੰਗ ਹੋਈ ਸੀ ਜਿਹੜੀ ਵਿਜੇ ਨਾਇਰ ਨੇ ਅਰੇਂਜ ਕੀਤੀ ਸੀ, ਜਿਹਦੇ ਵਿੱਚ ਅਰੁਣ ਪਿੱਲੇ ਤੋਂ ਲੈ ਕੇ ਬੁੱਚੀ ਬਾਬੂ ਜਿਹੜੇ ਸਾਊਥ ਲੋਬੀ ਵਾਲੇ ਹੈਗੇ ਨੇ, ਉਸ ਮੀਟਿੰਗ ਦੇ ਵਿੱਚ ਕਹਿੰਦੇ ਨੇ ਕਿ ਵੀ ਇਹ ਵੀ ਸ਼ਾਮਿਲ ਸੀਗੇ। ਇਹਦੇ ਬੇਸ ਦੇ ਉੱਤੇ ਨਾ ਕੋਈ ਹਜੇ ਸੰਮਨ ਗਿਆ, ਨਾ ਐਕਿਊਜ਼ ਬਣਾਇਆ, ਨਾ ਵਿਟਨੈਸ ਬਣਾਇਆ, ਕਿਉਂਕਿ ਕੇਜਰੀਵਾਲ ਉਹਨਾਂ ਦਾ ਵੀ ਉਸ ਮੀਟਿੰਗ ਦੇ ਵਿੱਚ ਹੋਣ ਦੀ ਗੱਲ ਤੁਰਨ ਤੋਂ ਬਾਅਦ ਉਹਨਾਂ ਨੂੰ ਬਤੌਰ ਵਿਟਨੈਸ, ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨਾਂ ਦੇ ਵਿੱਚ CBI ਨੇ ਬੁਲਾਇਆ ਸੀਗਾ। ਉਸ ਤੋਂ ਬਾਅਦ CBI ਨੇ ਹਜੇ ਤੱਕ ਉਹਨਾਂ ਦੀ ਤਰਫ ਕੋਈ ਮੂੰਹ ਨਹੀਂ ਕੀਤਾ। ਪਰ ਹਜੇ ਰਾਘਵ ਚੱਡੇ ਉਹਨਾਂ ਦਾ ਸਪਲੀਮੈਂਟਰੀ ਚਲਾਨ ਦੇ ਵਿੱਚ ਨਾਮ ਦੇ ਉੱਤੇ ਹੀ, ਯਾਨੀ ਨਾਮ ਉਹਨਾਂ ਦਾ ਉਹਦੇ ਵਿੱਚ ਜ਼ਰੂਰ ਉਜਾਗਰ ਹੋਇਆ ਕਿ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ। ਪਰ ਰਾਘਵ ਚੱਡਾ ਉਹਨਾਂ ਦਾ ਕਹਿਣਾ ਤਾਂ ਸਹੀ ਹੈ ਵੀ ਮੈਨੂੰ ਕਿਉਂ ਤੁਸੀਂ ਐਵੇਂ ਕਹੀ ਜਾਂਦੇ ਹੋ ਕਿ ਮੇਰਾ ਨਾਂ ਆ ਗਿਆ, ਮੇਰਾ ਨਾਂ ਘੁਟਾਲੇ ਤੇ ਨਹੀਂ ਆਇਆ। ਪਰ ਆ ਜਿਹੜੇ ਸਾਰੇ ਖੇਡ ਦੇ ਵਿੱਚ ਲੱਗਦਾ ਦਿੱਲੀ ਦੀ ਐਕਸਾਈਜ਼ ਪਾਲਿਸੀ ਦਿੱਲੀ ਵਾਸਤੇ ਤੇ ਜੱਬ ਬਣੀ ਹੋਈ ਹੈ, ਪੰਜਾਬ ਵਾਸਤੇ ਵੀ ਆਉਣ ਵਾਲੇ ਟਾਈਮ ਵਿੱਚ ਜੱਬ ਬਣ ਕੇ ਰਹਿ ਜਾਏਗੀ। ਕਾਰਨ ਕਿ ਦਿੱਲੀ ਦੇ ਜਿਹੜੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਦਾ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਾ, ਇਹ ਗੱਲ ਵੀ ਇਸ ਸਪਲੀਮੈਂਟਰੀ ਚਲਾਨ ਦੇ ਵਿੱਚ ਚੇਚੇ ਤੌਰ ਤੇ ਲਿਖੀ ਹੋਈ ਹੈ। ਹੁਣ ਉਹਨਾਂ ਨੇ ਤੇ ਨਹੀਂ ਕਿਹਾ ਕਿ ਮੇਰਾ ਨਾਂ ਕਿਉਂ ਆ ਗਿਆ ਜਾਂ ਨਹੀਂ ਆਇਆ, ਪਰ ਇਹ ਗੱਲਾਂ ਹੁਣ ਪੰਜਾਬ ਵੱਲ ਤੁਰਨੀ ਸ਼ੁਰੂ ਹੋ ਗਈਆਂ ਇਸ ਸੈਕਿੰਡ ਸਪਲੀਮੈਂਟਰੀ ਚਲਾਨ ਦੇ ਵਿੱਚ। ਉਸ ਤੋਂ ਪਹਿਲੇ ਵੀ ਯਾਦ ਹੋਏਗਾ ਤੁਹਾਨੂੰ, ਈਡੀ ਨੇ ਜਦ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਸੀਗਾ ਤੇ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ 2 ਡਿਸਟਿਲਰੀਆਂ ਦਾ ਜ਼ਿਕਰ ਸੀਗਾ। ਹੁਣ ਇਸ ਸਪਲੀਮੈਂਟਰੀ ਚਲਾਨ ਦੇ ਵਿੱਚ ਵੀ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਦਾ ਜ਼ਿਕਰ, ਪੰਜਾਬ ਵਾਲਾ ਗੱਲ ਤੁਰ ਰਹੀ ਹੈ। ਰਾਘਵ ਚੱਡਾ ਹੋਣਾ ਪੰਜਾਬ ਦੇ ਵਿੱਚ ਬੜੇ ਵੱਡੇ ਲੀਡਰ ਦੇ ਵਜੋਂ ਜਾਣੇ ਜਾਂਦੇ ਨੇ, ਭਾਵੇਂ ਉਹਨਾਂ ਕੋਲ ਕੋਈ ਅਹੁਦਾ ਨਹੀਂ ਹੈਗਾ। ਜੇ ਪੰਜਾਬ ਦੀ ਪੋਲਿਟਿਕਸ ਦੀ ਗੱਲ ਹੁੰਦੀ ਹੈ, ਹੁਣ ਰਾਜ ਸਭਾ ਮੈਂਬਰ ਤੇ ਪੰਜਾਬ ਤੋਂ 7 ਹੈਗੇ ਨੇ,
ਰਾਘਵ ਚੱਡਾ ਉਹਨਾਂ ਦੀ ਰਾਜ ਸਭਾ ਦੇ ਵਿੱਚ ਰੇਸ ਕੀਤੇ ਹੋਏ ਇਸ਼ੂਜ਼ ਦੇ ਉੱਤੇ ਇੱਥੇ ਦੇਖੋ ਤੁਸੀਂ ਮੀਡੀਆ ਦੇ ਵਿੱਚ ਕਿੰਨਾ ਕੁਝ ਚੱਲਦਾ ਹੈ, ਇਹ ਇੱਕ ਇੰਪੋਰਟੈਂਸ ਐ ਹੀ ਨਹੀਂ ਮਿਲਦੀ। ਰਾਘਵ ਚੱਡਾ ਉਹਨਾਂ ਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਐਕਟਿਵ ਰੋਲ ਹੈ, ਭਾਵੇਂ ਉਹ ਸਾਇਲੈਂਟ ਅੰਡਰ ਦਾ ਕਾਰਪੇਟ ਹੀ ਹੋਏ। ਜੀ, ਸਵਾਲ ਇਹ ਵੀ ਹੈ ਕਿ ਰਾਘਵ ਚੱਡਾ ਸਾਹਿਬ ਜੇ ਕਿਤੇ ਸੁਣਦੇ ਹੋਵੋ, ਇੰਨੀ ਪਬਲਿਸਿਟੀ ਕਰੋੜਾਂ ਲਾ ਕੇ ਨਹੀਂ ਮਿਲਦੀ ਜਿੰਨਾ ਮੈਨੂੰ ਯਾਦ ਹੈ। ਮੈਨੂੰ ਪੁਰਾਣਾ ਦੌਰ 2002 2003 ਜਦੋਂ ਮੈਂ ਨਵਾਂ ਨਿਊਜ਼ ਰੀਡਿੰਗ ਕਰਨ ਲੱਗਿਆ ਜਲੰਧਰ ਦੂਰਦਰਸ਼ਨ ਤੇ ਮੈਨੂੰ ਅਕਸਰ ਸ਼ਾਮ ਵੇਲੇ 7 ਵਜੇ ਦੇ ਬੁਲੇਟਿਨ 'ਚ ਜਾਣ ਤੋਂ ਪਹਿਲਾਂ ਮਨੋਹਰ ਭਾਰਜ ਜਿਹੜੇ ਕਿ ਸੀਨੀਅਰ ਅਫਸਰ ਸੀ ਦੂਰਦਰਸ਼ਨ ਦੇ, ਉਹ ਕਹਿ ਦਿੰਦੇ ਹੁੰਦੇ ਸੀ ਕਿ ਰੰਧਾਵਾ 15 ਮਿੰਟ ਲਈ ਤੇਰਾ ਚਿਹਰਾ ਜਾ ਰਿਹਾ। ਉਦੋਂ ਦੂਰਦਰਸ਼ਨ ਦੀਆਂ ਖਬਰਾਂ ਦੀ ਵੈਲਿਊ ਬਹੁਤ ਹੁੰਦੀ ਸੀ, ਦੂਰਦਰਸ਼ਨ ਦਾ ਬੜਾ ਮੁੱਲ ਸੀ ਉਦੋਂ। ਤੇ ਉਹਨਾਂ ਨੇ ਕਹਿਣਾ ਵੀ ਸਾਡੀ ਪ੍ਰਤੀ 10 ਸੈਕਿੰਡ ਪਤਾ ਰੇਟ ਕੀ ਆ ਇਸ਼ਤਿਹਾਰ ਦਾ, ਤੇ ਵੇਖ ਲਾ 15 ਮਿੰਟ ਦੀਆਂ ਖਬਰਾਂ ਦੇ ਵਿੱਚ ਕਿੰਨੇ ਚ ਪੈਣਾ ਤੂੰ ਸਾਨੂੰ। ਸੋ ਮੈਂ ਇਹ ਗੱਲਾਂ ਜ਼ਰੂਰ ਇਸ ਕਰਕੇ ਹਾਸੇ ਠੱਠੇ ਚ ਕਰ ਰਿਹਾ। ਚੱਡਾ ਸਾਹਿਬ ਵਧੀਆ ਬੰਦੇ ਨੇ, ਖੈਰ ਆਪਾਂ ਇਸ ਕਰਕੇ ਹਾਸਾ ਠੱਠਾ ਤੋਰ ਲੈਨੇ ਆ। ਖੈਰ ਆਪਾਂ ਇੰਦਰਪ੍ਰੀਤ ਜੀ ਅੱਗੇ ਚੱਲੀਏ। NGT ਨੇ 20 ਲੱਖ ਰੁਪਈਆ ਜੁਰਮਾਨਾ ਲਾਇਆ। ਇਹ ਉਹ ਤਰਾਸਦੀ ਆ ਜਿਹੜੀ ਤਰਾਸਦੀ ਪੰਜਾਬ ਦੀ ਧਰਤੀ ਤੇ ਨਹੀਂ ਵਾਪਰਨੀ ਚਾਹੀਦੀ। ਇੰਨੇ ਨਰਮੋਏ ਲੋਕਾਂ ਦੀ ਇਹ ਸਰਜ਼ਮੀਨ ਨਹੀਂ ਹੋ ਸਕਦੀ। ਤੁਸੀਂ ਆਪਣੀਆਂ ਫੈਕਟਰੀਆਂ ਦਾ, ਆਪਣੇ ਪ੍ਰੋਫਿਟ ਦਾ ਕਿਸੇ ਦੇ ਉੱਤੇ ਕਾਲ ਬਣ ਕੇ ਨਹੀਂ ਡਿੱਗ ਸਕਦੇ। ਤੁਸੀਂ ਆਪਣੀ ਰੋਟੀ ਲਈ ਕਿਸੇ ਦੀ ਜਾਨ ਨਹੀਂ ਲੈ ਸਕਦੇ। ਇਹਦੀ ਜਾਂਚ ਕਿਵੇਂ ਹੋਊਗੀ, ਨਿਰਪੱਖ ਹੋਊਗੀ ਵੀ ਕਿ ਨਹੀਂ? ਕਿੱਡੇ ਕੁ ਤਗੜੇ ਲੋਕ ਨੇ ਇੰਡਸਟਰੀਲਿਸਟ, ਕਿੱਡੇ ਕੁ ਤਗੜੇ ਉਹ ਲੋਕ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕੁਕਰਮ 'ਚ ਯੋਗਦਾਨ ਪਾਇਆ। ਕਿਸੇ ਨੇ ਅੱਗੇ ਨਹੀਂ ਆਉਣਾ, ਕਿਸੇ ਤੋਂ ਪਤਾ ਨਹੀਂ ਚੱਲ ਸਕਣਾ। ਕਿੱਥੋਂ ਪਤਾ ਲਾਓਗੇ ਜੇ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿ ਗੈਸ ਕਿਹੜੀ ਸੀ, ਇੰਨੀ ਜ਼ਹਿਰੀਲੀ ਕੀ ਚੀਜ਼ ਸੀ ਜਿਹਦੇ ਨਾਲ ਪੈਂਦਿਆਂ ਹੀ ਬੰਦੇ ਬੇਹੋਸ਼ ਦੇ ਨਾਲ ਹੀ ਮਾਰੇ ਜਾਂਦੇ ਆ। NGT ਨੇ ਕੰਮ ਚੰਗਾ ਕੀਤਾ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਲੌਜੀਕਲ ਐਂਡ ਤੱਕ ਜਾਂਚ ਜਾਊਗੀ, ਕਿਸੇ ਨੂੰ ਲਟਕਾਇਆ ਜਾਊਗਾ। ਹਾਲਾਂਕਿ ਸੁਪਰੀਮ ਕੋਰਟ ਕਹਿੰਦੀ ਆ ਫਾਂਸੀ ਦਾ ਬਦਲ ਹੋਰ ਕੀ ਹੋਵੇ। ਰੰਧਾਵਾ ਸਾਹਿਬ 2000 ਮੇਰਾ ਖਿਆਲ ਹੈ ਸ਼ਾਇਦ 12 ਵਾਲੀ ਸਰਕਾਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਮੀਟਿੰਗ ਕੀਤੀ ਸੀ ਬੁੱਢਾ ਨਾਲਾ ਨੂੰ ਲੈ ਕੇ। ਤਾਂ ਉਹਦੇ ਵਿੱਚ ਬਹੁਤ ਸਾਰੇ ਇੰਡਸਟਰੀਲਿਸਟ ਇਸ ਕਰਕੇ ਉਹਨਾਂ ਤੋਂ ਨਾਰਾਜ਼ ਸੀ ਕਿ ਸਾਡੇ ਤੇ ਸ਼ਿਕੰਜਾ ਬਹੁਤ ਕੱਸਿਆ ਜਾ ਰਿਹਾ। ਤਾਂ ਔਰ ਜਿਹੜੇ ਉਦੋਂ ਦੇ ਹੈਲਥ ਮਿਨਿਸਟਰ ਸੀ ਸਤਪਾਲ ਗੁਸਾਈ, ਉਹਨਾਂ ਨੇ ਇਸ ਦਾ ਉਹ ਇੰਡਸਟਰੀਲਿਸਟਾਂ ਦਾ ਬਹੁਤ ਸਾਥ ਦਿੱਤਾ ਉਦੋਂ। ਔਰ ਉਹਨਾਂ ਨੇ ਕਿਹਾ ਕਿ ਇਹ ਇੰਡਸਟਰੀਲਿਸਟਾਂ ਤੇ ਉਹ ਸ਼ਿਕੰਜਾ ਜ਼ਿਆਦਾ ਨਹੀਂ ਕੱਸਣਾ ਚਾਹੀਦਾ, ਸਾਰੀ ਇੰਡਸਟਰੀ ਬੰਦ ਹੋ ਜਾਏਗੀ। ਤਾਂ ਬਾਦਲ ਸਾਹਿਬ ਨੇ ਇੱਕ ਗਿਲਾਸ ਪਾਣੀ ਦਾ ਸਤਪਾਲ ਗੁਸਾਈ ਨੂੰ ਉਸੇ ਮੀਟਿੰਗ 'ਚ ਦੇਤਾ ਸੀਗਾ ਕਿ ਇਹ ਪਾਣੀ ਮੈਂ ਉੱਥੋਂ ਮੰਗਵਾਇਆ ਹੋਇਆ ਹੈ ਤੇ ਤੁਸੀਂ ਇਹ ਪੀ ਕੇ ਦਿਖਾ ਦਿਓ, ਆਪਾਂ ਕਿਸੇ ਵੀ ਇੰਡਸਟਰੀਲਿਸਟ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਾਂਗੇ। ਦੇਖੋ ਅੱਜ ਬਾਦਲ ਸਾਹਿਬ ਸਾਡੇ ਵਿੱਚ ਨਹੀਂ ਹੈਗੇ, ਪਰ ਸਵਾਲ ਅੱਜ ਵੀ 10 ਸਾਲ ਬਾਅਦ ਉੱਥੇ ਹੀ ਖੜਾ ਹੈ ਕਿ ਜਿਹੜੀ ਇੰਡਸਟਰੀ, ਕਿਉਂਕਿ ਅੱਜ ਮਜ਼ਦੂਰਾਂ ਦੇ ਬੱਚੇ ਮਰੇ ਨੇ ਜਾਂ ਮਜ਼ਦੂਰ ਮਰੇ ਆ, ਕਿਸੇ ਇੰਡਸਟਰੀਲਿਸਟ ਦਾ ਬੱਚਾ ਨਹੀਂ ਮਰਿਆ ਹਜੇ ਤੱਕ। ਜਦ ਤੱਕ ਇਹ ਅੱਗ ਉਹਨਾਂ ਦੇ ਘਰਾਂ ਤੱਕ ਨਹੀਂ ਆਊਗੀ ਨਾ, ਇਹਦੀ ਤਪਿਸ਼ ਉਹਨੂੰ ਮਹਿਸੂਸ ਨਹੀਂ ਹੋਣੀ ਕਿ ਇਹ ਤਾਪ ਕਿੰਨਾ ਕਿਹੇ ਜਿਹਾ ਤੇ ਕਿਵੇਂ ਰੋਲ ਕੇ ਰੱਖ ਦੇਗਾ। ਇੰਡਸਟਰੀ ਜਿਹੜੀ ਹੈਗੀ ਹੈ, ਮੈਂ ਇਹ ਗੱਲ ਨੂੰ ਮੰਨਦਾ ਕਿ ਇੰਡਸਟਰੀ ਕਿਸੇ ਵੀ ਸਟੇਟ ਦੀ ਗਰੋਥ ਵਾਸਤੇ ਬਹੁਤ ਜ਼ਰੂਰੀ ਹੈ, ਪਰ ਉਹ ਜੇ ਵਿਨਾਸ਼ ਦਾ ਹੀ ਕਾਰਨ ਬਣ ਰਹੀ ਹੈ ਤਾਂ ਕੀ ਇਹ ਜੀ ਵਿਕਾਸ ਨੂੰ ਅਸੀਂ ਕਰਨਾ ਹੈ ਕਿ ਨਹੀਂ ਕਰਨਾ? ਇਹ ਕੱਲੀ ਇੰਡਸਟਰੀ ਦੀ ਗੱਲ ਨਹੀਂ ਹੈ। ਤੁਸੀਂ ਦੇਖੋ ਇੱਧਰ ਚੰਡੀਗੜ੍ਹ ਦੇ ਆਲੇ ਦੁਆਲੇ ਜਿੰਨਾ ਸੈਟੇਲਾਈਟ ਸੈਂਟਰਸ ਨੇ, ਚਾਹੇ ਉਹ ਜੀਰਕਪੁਰ ਹੋਵੇ, ਚਾਹੇ ਉਹ ਖਰੜ ਹੋਵੇ, ਚਾਹੇ ਹੋਰ ਛੋਟੇ ਛੋਟੇ ਜਿੰਨੇ ਵੀ ਨੇ, ਉਹਨਾਂ ਦੀ ਆਬਾਦੀ ਮੋਹਾਲੀ ਤੋਂ ਜ਼ਿਆਦਾ ਟੱਪ ਗਈ ਹੈ। ਮੋਹਾਲੀ ਜਿਹੜਾ ਪਲੈਨਡ ਸਿਟੀ ਹੈ ਉਸ ਤੋਂ ਜ਼ਿਆਦਾ ਟੱਪ ਗਈ ਹੈ। ਔਰ ਸਾਰੀਆਂ ਜਿੰਨੀਆਂ ਵੀ ਇਹ ਆਪਣੇ ਹੈਗੇ ਨੇ ਬਿਲਡਰਸ, ਉਹਨਾਂ ਜਿਹੜੀਆਂ ਕਲੋਨੀਆਂ ਬਣਾਉਂਦੀਆਂ, ਸਾਰਿਆਂ ਕਿਸੇ ਕੋਲੇ ਵੀ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਹੈਗਾ। ਜਿੰਨਾ ਸੀਵੇਜ ਹੈ ਉਹ ਚੱਕ ਕੇ ਜਾਂ ਤਾਂ ਸੀਵਰੇਜ ਦੀਆਂ ਜਿਹੜੀਆਂ ਪਾਈਪਾਂ ਨੇ ਉਹਦੇ ਚ ਪਾਈ ਜ਼ਮੀਨਾਂ ਚ ਪਾਈ ਜਾ ਰਹੇ ਨੇ ਜਾਂ ਡਰੇਨਾਂ ਚ ਸਿੱਟੀ ਜਾ ਰਹੇ ਨੇ। ਇਹ ਇੱਕ ਅਲੱਗ ਕਿਸਮ ਦਾ ਉਹ ਮਤਲਬ ਜਿਹਨੂੰ ਕਹਿੰਦੇ ਆ ਇੰਡਸਟਰੀ ਦਾ, ਜਿਵੇਂ ਆ ਗੰਦ ਫੈਲ ਰਿਹਾ, ਇਸ ਤਰ੍ਹਾਂ ਹੀ ਸੀਵੇਜ ਦਾ ਇੱਕ ਗੰਦ ਅਲੱਗ ਤੌਰ ਤੇ ਆ ਰਿਹਾ। ਔਰ ਆ ਕਿੱਥੇ ਰਿਹਾ? ਅੱਜ ਤੁਸੀਂ SYL ਬਿਲਕੁਲ ਡਿਸਮੈਂਟਲ ਹੋ ਚੁੱਕੀ ਹੈ। ਤੁਸੀਂ ਇੱਕ ਗੇੜਾ ਜ਼ਰੂਰ ਮਾਰਿਓ ਜਿਹੜੇ ਵੀ ਮੇਰਾ ਪ੍ਰੋਗਰਾਮ ਸੁਣ ਰਹੇ ਹੋਣ ਕਿ ਇਹ ਜਿਹੜੀ ਕ੍ਰਾਸ ਕਰਦੀ SYL, ਉਹਦੇ ਉੱਤੇ ਸਿਰਫ ਇੱਕ ਗੇੜਾ ਮਾਰਿਓ ਕਿ ਉਹ ਇੰਨਾ ਬਦਬੂ ਦਾ ਘਰ ਬਣ ਚੁੱਕੀ ਹੈ, ਕਿਉਂਕਿ ਸਾਰਾ ਖਰੜ ਦਾ ਪਾਣੀ ਉੱਥੇ ਆ ਰਿਹਾ ਹੈ। ਔਰ ਪੂਰੀ ਧਰਤੀ ਜਿਹੜੀ ਹੈ ਉਹ ਸਾਰੀ ਦੀ ਸਾਰੀ
ਦੇ ਵਿੱਚ ਉਹਦਾ ਪਾਣੀ ਮਿਲ ਚੁੱਕਿਆ ਔਰ ਉਹ ਪੀਣ ਯੋਗ ਨਹੀਂ ਰਿਹਾ। ਤੁਸੀਂ ਦੇਖਿਓ ਵੀ ਆਉਣ ਵਾਲੇ ਟਾਈਮ 'ਚ ਜੇ ਅਸੀਂ ਸਖਤੀਆਂ ਨਹੀਂ ਕਰਦੇ ਤਾਂ ਇਹ ਕਿਸ ਤਰ੍ਹਾਂ ਦੀਆਂ ਹੋਰ ਇਸ ਤਰ੍ਹਾਂ ਦੀਆਂ ਲਾਸ਼ਾਂ ਵਿਛਣਗੀਆਂ, ਆਪਾਂ ਉਹਦੀ ਗਿਣਤੀ ਵੀ ਨਹੀਂ ਕਰ ਪਾਵਾਂਗੇ। ਜੋ ਮੈਨੂੰ ਲੱਗ ਰਿਹਾ ਹੈ ਕਿ ਇਹੀ ਇੱਕ ਮੈਨੂੰ ਬੜੀ ਅੱਛੀ ਕਿਤਾਬ ਪੜ੍ਹਨ ਨੂੰ ਪਿੱਛੇ ਜੇ ਮਿਲੀ ਸੀ, ਸੁਪਾਨ ਜੋਸ਼ੀ ਦੀ ਹੈ, ਉਹ ਸਭ ਨੂੰ ਪੜ੍ਹਨੀ ਚਾਹੀਦੀ ਹੈ। ਉਹ ਸੀ ਜਲ ਥਲ ਮਲ। ਉਹਨੇ ਇਹ ਲਿਖਿਆ ਹੈ ਕਿ ਸਾਰੇ ਜਿੰਨੇ ਸ਼ਹਿਰ ਨੇ ਉਹ ਇੱਕ ਸਲਮਸ ਬਣ ਚੁੱਕੇ ਆ, ਸਲਮਸ, ਜਿਸ 'ਚ ਕੋਈ ਟ੍ਰੀਟਮੈਂਟ ਪਲਾਂਟ ਕਿਤੇ ਨਹੀਂ ਲੱਗੇ ਹੋਏ, ਚਾਹੇ ਉਹ ਇੰਡਸਟਰੀ ਦਾ ਪੋਲੂਸ਼ਨ ਹੋਵੇ, ਚਾਹੇ ਸਾਡੇ ਘਰਾਂ ਦਾ ਪੋਲੂਸ਼ਨ ਹੋਵੇ, ਉਹ ਸਭ ਉਹ ਸਾਨੂੰ ਮਾਰ ਰਿਹਾ ਹੈ। ਪਰ ਅਸੀਂ ਇਸ ਕਰਕੇ ਚੁੱਪਚਾਪ ਬੈਠੇ ਹਾਂ ਵੀ ਯਾਰ ਸਾਨੂੰ ਤਾਂ ਨਹੀਂ ਕੁਝ ਹਜੇ ਹੋਇਆ ਨਾ, ਜਦੋਂ ਸਾਨੂੰ ਹੋਗਾ ਤਾਂ ਦੇਖਾਂਗੇ। ਇਹ ਸੇਮ ਗੱਲ ਉਸ ਤਰ੍ਹਾਂ ਦੀ ਹੈ ਵੀ ਹਜੇ ਮਜ਼ਦੂਰਾਂ ਦੇ ਬੱਚੇ ਗਏ ਹੈ, ਜਿਸ ਦਿਨ ਆਪਣੇ ਜਾਣਗੇ ਫਿਰ ਉਸ ਦਿਨ ਪਤਾ ਚੱਲੂਗਾ ਕਿ ਜਿਹੜੀਆਂ ਇੰਨੀਆਂ ਜ਼ਹਿਰੀਲੀਆਂ ਗੈਸਾਂ ਸਿਰਫ ਚੰਦ ਰੁਪਈਏ ਬਚਾਉਣ ਪਿੱਛੇ ਅਸੀਂ ਸੀਵਰੇਜਾਂ 'ਚ ਸਿੱਟੀ ਜਾ ਰਹੇ ਹਾਂ, ਉਹਦਾ ਕਿੰਨਾ ਨੁਕਸਾਨ ਹੋਊਗਾ ਤੇ ਕਿੱਥੇ ਕਿੱਥੇ ਹੋਊਗਾ ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਐਨਜੀਟੀ ਨੇ ਤੁਰੰਤ ਪ੍ਰਭਾਵ ਨਾਲ ਮ੍ਰਿਤਕਾਂ ਨੂੰ 20-20 ਲੱਖ ਰੁਪਏ ਹਰਜਾਨੇ ਦੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਮੁਆਵਜ਼ੇ ਦੇ ਰੂਪ 'ਚ ਦੇਣ ਲਈ ਕਹਿਤਾ। ਔਰ ਦੂਜੀ ਗੱਲ ਕਿ ਉਹਨਾਂ ਨੇ 8 ਵਿਭਾਗਾਂ ਦੀ ਇੱਕ ਕਮੇਟੀ ਵੀ ਬਣਾਈ ਹੈ ਜਾਂਚ ਲਈ। ਖੈਰ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ। ਭਾਸਕਰ ਸਾਹਿਬ, ਅਗਲੀ ਖਬਰ ਵੱਲ ਜਾਂਦੇ। ਹੁਣ ਸਾਡੇ ਕੋਲ ਸਮੇਂ ਦੀ ਕਿੱਲਤ ਹੋ ਗਈ ਆ, ਕਾਫੀ ਖਬਰਾਂ ਅਸੀਂ ਲੈਣੀਆਂ, ਤੇਜ਼ੀ ਨਾਲ ਆਵਾਂਗੇ। ਪੰਜਾਬ ਦੀਆਂ 68 ਅਦਾਲਤਾਂ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਨਜ਼ਰਸਾਨੀ ਲਈ ਰੱਖਿਆ ਗਿਆ। ਉਹਨਾਂ ਦੇ ਵਿੱਚ ਸੁਰੱਖਿਆ ਪੁਖਤਾ ਕਰਨ ਲਈ ਇੰਤਜ਼ਾਮ ਕੀਤੇ ਗਏ ਆ। ਇਹ ਥ੍ਰੈਟ ਕਿਹੜੇ ਨੇ, ਇਹ ਕਿਸ ਤਰ੍ਹਾਂ ਦਾ ਇਹ ਮਾਮਲਾਤ ਨੇ, ਇਹਨਾਂ ਨੂੰ ਜ਼ਰਾ ਜ਼ੁਬਾਨ ਦੇ ਦਿਓ। ਪਿਛਲੇ ਸਾਲਾਂ ਦੇ ਵਿੱਚ ਜਦ ਲੁਧਿਆਣਾ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਬੰਬ ਬਲਾਸਟ ਹੋਇਆ ਸੀ, ਉਸ ਤੋਂ ਬਾਅਦ तमाम ਅਦਾਲਤਾਂ ਦੇ ਵਿੱਚ ਸਿਕਿਉਰਿਟੀ ਵਧਾਉਣ ਦੀ ਗੱਲ ਚੱਲੀ ਸੀ। ਹੁਣ ਇੱਕ ਵਾਰ ਫੇਰ 68 ਅਦਾਲਤਾਂ ਦੀ ਸਿਕਿਉਰਿਟੀ ਵਧਾਉਣ ਦੇ ਵਾਸਤੇ ਹਰਪ੍ਰੀਤ ਸ਼ੁਕਲਾ ਏਡੀਜੀਪੀ ਸਿਕਿਉਰਿਟੀ, ਉਹਨਾਂ ਨੇ ਖਾਸ ਪ੍ਰਬੰਧ ਕੀਤੇ ਨੇ। ਹੁਣ ਇਹ ਕਿਸ ਥ੍ਰੈਟ ਦੇ ਵਿੱਚ ਕਰ ਰਹੇ ਨੇ ਅਜੇ ਇਹ ਗੱਲ ਤਾਂ ਨਹੀਂ ਸਾਹਮਣੇ ਆਈ, ਪਰ ਹਾਂ ਅਦਾਲਤਾਂ ਦੇ ਵਿੱਚ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਇੱਕ ਵਕੀਲ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਬੇਅਦਬੀ ਦਾ ਉਹ ਆਰੋਪੀ ਜਸਬੀਰ ਸਿੰਘ, ਉਹਨੂੰ ਮਾਰਨ ਦੀ ਕੋਸ਼ਿਸ਼ ਕਥਿਤ ਤੌਰ ਤੇ ਕੀਤੀ ਗਈ ਸੀ। ਇਹਨਾਂ ਸਾਰੀ ਗੱਲਾਂ ਦੇ ਮੱਦੇਨਜ਼ਰ ਦੇ ਰੱਖਦੇ ਹੋਏ ਹੁਣ ਅਦਾਲਤਾਂ ਦੀ ਸਿਕਿਉਰਿਟੀ ਨੂੰ ਵਧਾਉਣ ਦਾ ਫੈਸਲਾ ਕਰ ਲਿਆ ਗਿਆ। ਜੇ ਗੱਲ ਅਸੀਂ ਅਦਾਲਤਾਂ ਦੀ ਕਰ ਰਹੇ ਹਾਂ ਤੇ ਸੁਪਰੀਮ ਕੋਰਟ ਦੇ ਵਿੱਚ ਕੱਲ ਸੁਪਰੀਮ ਕੋਰਟ ਕਾਫੀ ਖਬਰਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਿਹਾ। ਸਭ ਤੋਂ ਪਹਿਲੇ ਤੇ ਸੁਪਰੀਮ ਕੋਰਟ ਨੇ ਯੂਪੀ ਦੇ ਕੋਰਟਾਂ ਦੇ ਵਿੱਚ ਦੋ ਸੀਨੀਅਰ ਐਡਵੋਕੇਟਸ ਨੂੰ ਜੁਡੀਸ਼ੀਅਲ ਅਕੈਡਮੀ ਭੇਜਤਾ। ਭੇਜਣ ਦਾ ਕਾਰਨ ਕੀ ਸੀ? ਐਡਵੋਕੇਟਸ ਨੂੰ ਨਹੀਂ, ਦੋ ਜੱਜਸ ਨੂੰ, ਦੋ ਜੱਜਸ ਨੂੰ ਜੁਡੀਸ਼ੀਅਲ ਅਕੈਡਮੀ ਭੇਜਤਾ। ਉਹ ਇਸ ਕਰਕੇ ਕਿ ਉਹਨਾਂ ਨੇ ਮਾਰਚ 21 ਨੂੰ ਇੱਕ ਟਿੱਪਣੀ ਕੀਤੀ ਸੀ, ਸੁਪਰੀਮ ਕੋਰਟ ਨੇ ਰਾਦਰ ਆਰਡਰ ਹੀ ਕੀਤਾ ਸੀਗਾ ਕਿ ਜਿਨ੍ਹਾਂ ਕੇਸਿਸ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੀ ਲੋੜ ਨਹੀਂ ਹੈ ਤੇ ਅਕਿਊਜ਼ ਦੀ ਜ਼ਮਾਨਤ ਦਿੱਤੀ ਜਾ ਸਕਦੀ ਹੈ ਤੇ ਉਹ ਦੇ ਦੇਣੀ ਚਾਹੀਦੀ ਹੈ। ਇਹਨਾਂ ਜੱਜਾਂ ਨੇ ਬਿਨਾਂ ਕਿਸੇ ਐਦਾਂ ਦੇ ਆਧਾਰ ਦੇ, ਵੈਲਿਡ ਆਧਾਰ ਦੇ ਉਹ ਜ਼ਮਾਨਤਾਂ ਨਹੀਂ ਦਿੱਤੀ ਸੀਗੀ। ਇਹਨਾਂ ਨੂੰ ਕਿਹਾ ਗਿਆ ਕਿ ਜੁਡੀਸ਼ੀਅਲ ਅਕੈਡਮੀ ਜਾ ਕੇ ਤੁਸੀਂ ਇੱਕ ਵਾਰ ਪ੍ਰੋਸੀਜਰ ਨੂੰ, ਲਾਅ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਪੜ੍ਹੋ ਲਿਖੋ ਤੇ ਉਸ ਤੋਂ ਬਾਅਦ ਆਪਣੀ ਡਿਊਟੀ ਤੇ ਵਾਪਸ ਆਣਾ। ਨਾਲ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਅੱਜ ਬਲਵੰਤ ਸਿੰਘ ਰਾਜੋ ਉਹਨਾਂ ਦੀ ਉਹ ਮਰਸੀ ਪਟੀਸ਼ਨ ਜਿਹੜੀ 2012 ਤੋਂ ਪੈਂਡਿੰਗ ਹੈ, ਜਿਹੜੀ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੇ ਸੰਬੰਧਿਤ ਹੈਗੀ ਹੈ, ਉਹਦੇ ਉੱਤੇ ਵੀ ਅੱਜ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਆ ਸਕਦਾ ਹੈ। ਉਸ ਤੋਂ ਇਲਾਵਾ ਫਾਂਸੀ ਦੀ ਸਜ਼ਾ ਨੂੰ ਲੈ ਕੇ ਵੀ ਕੱਲ ਇੱਕ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆਇਆ ਸੀਗਾ, ਜਿਹਦੇ ਵਿੱਚ ਐਡਵੋਕੇਟ ਜਨਰਲ ਜਿਹੜੇ ਕੇਂਦਰ ਸਰਕਾਰ ਦੇ ਹੈਗੇ ਨੇ, ਉਹਨਾਂ ਨੇ ਉਹ ਅਦਾਲਤ ਨੂੰ ਦੱਸਿਆ ਕਿ ਅਸੀਂ ਬੜੀ ਛੇਤੀ ਫਾਂਸੀ ਦੀ ਸਜ਼ਾ ਨੂੰ, ਯਾਨੀ ਹਜੇ ਤੱਕ ਫਾਂਸੀ ਦੀ ਸਜ਼ਾ ਜਿਹਨੂੰ ਦਿੱਤੀ ਜਾਂਦੀ ਹੈ ਉਹਨੂੰ ਫਾਂਸੀ ਦੇ ਵਿੱਚ ਲਟਕਾ ਕੇ ਫਾਂਸੀ ਦਿੱਤੀ ਜਾਂਦੀ ਹੈ। ਇਸ ਪ੍ਰੋਸੈਸ ਨੂੰ ਹੋਰ ਲੈਸ ਪੇਨਫੁਲ ਬਣਾਉਣ ਵਾਸਤੇ, ਯਾਨੀ ਇਸ ਨੂੰ ਇੱਕ ਤਰੀਕੇ ਨਾਲ ਇੱਕ ਬੜੀ ਅਜੀਬ ਜਿਹੀ ਸਥਿਤੀ ਹੁੰਦੀ ਹੈ ਕਿ ਕਿਸੇ ਨੂੰ ਤੁਸੀਂ ਟੰਗ ਕੇ ਗਲੇ ਤੋਂ ਉਹਨੂੰ ਫਾਂਸੀ ਦਿਓ। ਇਸ ਪ੍ਰੋਸੈਸ ਨੂੰ ਲੈਸ ਪੇਨਫੁਲ ਬਣਾਉਣ ਵਾਸਤੇ ਇੱਕ ਪੈਨਲ ਬਣਾਉਣ ਦੀ ਗੱਲ ਕੇਂਦਰ ਸਰਕਾਰ ਨੇ ਤੋਰੀ ਹੈ ਔਰ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਇਹਦੇ ਉੱਤੇ ਜ਼ਿਕਰ ਵੀ ਹੋ ਸਕਦਾ ਹੈ। ਇਹ ਲਿਖਿਤ ਰੂਪ ਵਿੱਚ ਐਡਵੋਕੇਟ ਜਿਹੜੇ ਅਟਾਰਨੀ ਜਨਰਲ ਹੈਗੇ ਨੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਹੈ ਤੇ ਆਉਣ ਵਾਲੇ ਟਾਈਮ ਵਿੱਚ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਇਸ ਲਟਕਾ ਕੇ ਦਿੱਤੀ ਫਾਂਸੀ ਨੂੰ ਅਨਕਨਸਟੀਟਿਊਸ਼ਨਲ ਕਰਾਰ ਦੇ ਸਕਦੇ ਹਾਂ। ਇਸ ਤੋਂ ਪਹਿਲੇ ਤੁਸੀਂ ਪੈਨਲ ਲੈ ਕੇ ਕੋਈ ਅਲਟਰਨੇਟਿਵ ਸੁਜੈਸਟ ਕਰੋ ਜਿਹਦੇ ਉੱਤੇ ਕੇਂਦਰ ਸਰਕਾਰ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ। ਹੁਣ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਹਾਂ, ਚੱਲ ਰਹੀ ਹੈ ਜਦੋਂ ਦੁਨੀਆ 'ਚ ਇਹ ਬਹਿਸ ਚੱਲ ਰਹੀ ਹੈ ਕਿ ਫਾਂਸੀ ਖਤਮ ਹੋਵੇ, ਫਾਂਸੀ ਦੀ ਸਜ਼ਾ ਹੀ ਨਾ ਹੋਵੇ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਕੋਈ ਪ੍ਰਾਵਧਾਨ ਨਹੀਂ ਹੈ। ਉਦੋਂ ਅਜੇ ਅਸੀਂ ਫਾਂਸੀ ਕਿਸ ਤਰ੍ਹਾਂ ਦਿੱਤੀ ਜਾਵੇ ਉਹਨਾਂ ਮਾਮਲਿਆਂ ਦੇ ਉੱਤੇ ਵਿਚਾਰ ਕਰ ਰਹੇ ਹਾਂ।
ਔਰ ਬਹੁਤ ਜਲਦੀ ਉਮੀਦ ਕਰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਮਨੁੱਖਤਾ ਦੇ ਆਧਾਰ ਤੇ ਹੋਣ, ਲੇਕਿਨ ਕ੍ਰਾਈਮ ਦੇ ਖਿਲਾਫ ਵੀ ਕੋਈ ਉਦਾਹਰਨੀ ਸਜ਼ਾਵਾਂ ਜ਼ਰੂਰ ਹੋਣੀਆਂ ਚਾਹੀਦੀਆਂ। ਇਹ ਬੜਾ ਵੱਡਾ ਸਵਾਲ ਆ। ਇੰਦਰਪ੍ਰੀਤ ਜੀ, ਆਪਾਂ ਹੁਣ ਕਾਹਲੀ 'ਚ ਹੀ ਰਹਿਣਾ, ਆਪਾਂ ਹੁਣ ਸਲੋ ਨਹੀਂ ਹੋਣਾ। ਭਾਸਕਰ ਸਾਹਿਬ ਨੇ ਬੜਾ ਸੋਹਣਾ ਕੀਤਾ, 3 ਖਬਰਾਂ ਇਕੱਠੀਆਂ ਕਰਤੀਆਂ। ਆਪਾਂ ਚੱਲਦੇ ਹਾਂ ਜਲੰਧਰ ਦੀ ਇਲੈਕਸ਼ਨ 'ਚ। ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਗੁਰਦਾਸ ਮਾਨ ਨੂੰ ਗਲੇ 'ਚ ਲਿਆ ਹੋਇਆ ਸੀ, ਜੱਫੀ ਪਾਈ ਸੀ, ਗਲਵਕੜੀ 'ਚ ਲਿਆ ਸੀ। ਉਹ ਡੇਰਾ ਮੁਰਾਦ ਸ਼ਾਹ ਪਹੁੰਚੇ। ਡੇਰਾ ਬੱਲਾਂ ਦੇ ਵਿੱਚ ਵੀ ਗੇੜੇ ਵੱਜਦੇ ਆ, ਇਹ ਸਾਨੂੰ ਸਭ ਨੂੰ ਪਤਾ ਹੈ। ਲੇਕਿਨ ਉਹਨਾਂ ਨੇ ਨਾਲ ਜਿਹੜਾ ਇਹ ਕਿਹਾ ਕਿ ਮੈਨੂੰ 1 ਸਾਲ ਦਿਓ, 1 ਸਾਲ ਹੋਰ ਪਰਖ ਲਓ ਬਸ। ਤੇ ਇੱਕ ਤਰ੍ਹਾਂ ਨਾਲ ਇਹ ਤਰਲਾ ਵੀ ਆ, ਤੇ ਇਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਸਾਫ਼ ਲਫ਼ਜ਼ਾਂ 'ਚ ਇਹ ਦੱਸਣਾ ਹੈ ਕਿ ਮੈਨੂੰ ਇੱਕ ਵਾਰੀ ਵਰਤੋ ਸਹੀ। ਦੂਜੇ ਮਾਮਲੇ 'ਚ ਹਰਦੀਪ ਪੁਰੀ ਨੇ ਪ੍ਰਧਾਨ ਮੰਤਰੀ ਨੂੰ 1 ਸਾਲ ਦੇਣ ਦੀ ਗੱਲ ਕੀਤੀ। ਦੋਨਾਂ ਚੀਜ਼ਾਂ ਨੂੰ ਕਲੱਬ ਕਰਕੇ ਤੋਰਿਓ। ਰੰਧਾਵਾ ਸਾਹਿਬ, ਦੇਖੋ ਕੱਲ ਜਿਹੜਾ ਇੱਕ ਦੁਬਾਰਾ ਫਿਰ ਸੀਐਮ ਉੱਥੇ ਗਏ ਨੇ, ਔਰ ਮੈਨੂੰ ਪਤਾ ਚੱਲਿਆ ਕਿ ਹੁਣ ਉਹ ਅਗਲੇ 4-5 ਦਿਨ ਲਗਾਤਾਰ ਹੀ ਉੱਥੇ ਰਹਿਣੇ ਹੈ। ਇਸ ਤੋਂ ਅੰਦਾਜ਼ਾ ਇਹ ਹੋ ਸਕਦਾ ਕਿ ਆਮ ਆਦਮੀ ਪਾਰਟੀ ਇਸ ਵਾਰੀ ਕਿੰਨੀ ਉਮੀਦ ਨਾਲ ਤੇ ਕਿੰਨੀ ਤਿਆਰੀ ਨਾਲ ਇਹ ਇਲੈਕਸ਼ਨ ਲੜ ਰਹੀ ਹੈ, ਕਿਉਂਕਿ ਇਹ ਲਗਾਤਾਰ ਦੂਸਰਾ ਇਲੈਕਸ਼ਨ ਹੋਊਗਾ। ਅਗਰ ਉਹ ਹਾਰ ਗਈ ਤਾਂ ਪਾਰਟੀ ਲਈ ਬਹੁਤ ਸਥਿਤੀ ਬੜੀ ਵਿਕਟ ਹੋ ਜਾਏਗੀ। ਤੇ ਕੱਲ ਜਿਸ ਤਰ੍ਹਾਂ ਸੀਐਮ ਨੇ ਕਿਹਾ ਹੈ ਕਿ ਮੈਨੂੰ 1 ਸਾਲ ਦਿਓ, ਮੈਨੂੰ ਪਤਾ ਹੈ ਕਿ ਕਿੰਨਾ ਪੈਸਾ ਇੱਕ ਪਾਰਲੀਮੈਂਟ ਮੈਂਬਰ ਜਿਹੜਾ ਹੈਗਾ ਉਹ ਲਿਆ ਸਕਦਾ ਹੈ, ਕਿਉਂਕਿ ਮੈਂ 2 ਵਾਰੀ ਖੁਦ ਪਾਰਲੀਮੈਂਟ ਮੈਂਬਰ ਰਿਹਾ, ਤੇ ਮੈਂ ਉਹ ਆਪਣੇ ਛੋਟੇ ਭਰਾ ਦੀ ਮਦਦ ਕਰੂੰਗਾ। ਇਹਦੇ ਵਿੱਚ ਇੱਕ ਐਲਡਰੀ ਬ੍ਰਦਰ ਦੇ ਤੌਰ ਤੇ ਮੈਂ ਮਦਦ ਕਰੂੰਗਾ ਸੁਸ਼ੀਲ ਰਿੰਕੂ ਦੀ, ਤੇ ਇਹ ਜਿਹੜਾ ਪੈਸਾ ਸੀ ਉੱਥੋਂ ਲਿਆ ਸਕੀਏ। ਹੋਰ ਵੀ ਜਿਹੜੇ ਤੁਸੀਂ ਕੋਲੀ ਕਹਿਤਾ, ਕੱਲ ਇੱਕ ਮਿਨਿਸਟਰ ਨੇ ਵੀ ਮੈਨੂੰ ਕਿਹਾ ਕਿ ਮੈਂ ਹੈਰਾਨ ਹਾਂ ਕਿ ਜਲੰਧਰ ਦੇ ਏਰੀਆ 'ਚ ਇੰਨੇ ਜ਼ਿਆਦਾ ਡੇਰੇ ਨੇ, ਇੱਕ ਪਿੰਡ ਦਾ ਇੱਕ ਡੇਰਾ ਬਣਿਆ ਹੋਇਆ, ਔਰ ਬਹੁਤ ਮਜ਼ਬੂਤ ਡੇਰੇ ਨੇ। ਕਹਿੰਦੇ ਮੈਂ ਤਾਂ ਡੇਰਿਆਂ 'ਚ ਜਾ ਕੇ ਥੱਕ ਗਿਆ ਵੀ ਹੁਣ ਉੱਥੇ ਦਿੱਕਤ ਇਹ ਹੁੰਦੀ ਹੈ ਕਿ ਕੋਈ ਇੱਕ ਡੇਰਾ ਦੂਜੇ ਡੇਰੇ ਦੇ ਖਿਲਾਫ ਬੋਲ ਦੇ ਤਾਂ ਸਾਡੇ ਲਈ ਬੜੀ ਸਥਿਤੀ ਵਿਕਟ ਹੋ ਜਾਏਗੀ ਕਿ ਯਾਰ ਕਿਤੇ ਉਹ ਦੂਜਾ ਡੇਰਾ ਸਾਡੇ ਮਗਰ ਹੀ ਨਾ ਪੈ ਜਾਏ। ਇਹ ਇਸ ਤਰ੍ਹਾਂ ਦੀ ਕੱਲ ਮਿਨਿਸਟਰ ਸਾਹਿਬ ਇੱਕ ਬਹੁਤ ਲੰਬੀਆਂ ਸੁਣਾ ਰਹੇ ਸੀ, ਕਿਉਂਕਿ ਉਹ ਪਿਛਲੇ ਕਈ ਦਿਨਾਂ ਤੋਂ ਉੱਥੇ ਹੀ ਨੇ। ਸੋ ਦੂਜੀ ਜਿਹੜੀ ਤੁਸੀਂ ਗੱਲ ਹਰਦੀਪ ਪੁਰੀ ਹੋਰਾਂ ਦੀ ਕੀਤੀ ਹੈ, ਦੇਖੋ ਉਹਨਾਂ ਨੇ ਵੀ ਸੇਮ ਹੀ ਉਸ ਤਰ੍ਹਾਂ ਦੀ, ਜਿਸ ਤਰ੍ਹਾਂ ਭਗਵੰਤ ਮਾਨ ਹੋਰਾਂ ਨੇ ਇੱਕ ਜਿਵੇਂ ਕਹਿੰਦੇ ਆ ਕਿ ਲੋਕਾਂ ਤੋਂ ਮੰਗੀ ਹੈ ਕਿ ਮੈਨੂੰ 1 ਸਾਲ ਦੇ ਦਿਓ, ਸੇਮ ਹੀ ਉਹਨਾਂ ਨੇ ਹਰਦੀਪ ਪੁਰੀ ਨੇ ਪ੍ਰਧਾਨ ਮੰਤਰੀ ਮੋਦੀ ਲਈ ਮੰਗੀ ਹੈ ਕਿ ਸਾਨੂੰ 1 ਸਾਲ ਦਿੱਤਾ ਜਾਏ। ਅਸਲ 'ਚ ਉਹਨਾਂ ਦਾ 1 ਸਾਲ ਲੈਣ ਦਾ ਮਕਸਦ ਇਹ ਨਹੀਂ ਹੈ ਕਿ ਉਹ ਕੋਈ ਬਹੁਤ ਇੱਥੇ ਕੰਮ ਕਰਾ ਸਕਦੇ ਹੈ। ਦੇਖੋ ਜ਼ਿਆਦਾ ਤੋਂ ਜ਼ਿਆਦਾ ਇੱਕ ਪਾਰਲੀਮੈਂਟ ਮੈਂਬਰ ਆਪਣਾ ਜਿਹੜਾ MP ਲੈਡ ਫੰਡ ਹੈ ਉਹੀ ਜ਼ਿਆਦਾ ਤੋਂ ਜ਼ਿਆਦਾ ਇੱਥੇ ਲਿਆ ਸਕਦਾ ਹੈ, ਜਾਂ ਫਿਰ ਕੋਈ ਇੱਕ ਵੱਡਾ ਪ੍ਰੋਜੈਕਟ ਆਪਣੀ ਹਿੰਮਤ ਨਾਲ ਇੱਥੇ ਲਿਆਏ ਤਾਂ ਲਿਆਏ, ਅਦਰਵਾਈਜ਼ ਹੋਰ ਤਾਂ ਡਾਇਰੈਕਟਲੀ ਉਹਨਾਂ ਕੋਲ ਕੁਝ ਹੁੰਦਾ ਨਹੀਂ ਹੈ। ਪਰ ਹਰਦੀਪ ਪੁਰੀ ਹੋਰਾਂ ਦਾ ਨਿਸ਼ਾਨਾ ਜਿਹੜਾ ਉਹ 2023 ਦਾ ਹੀ ਬਾਈ ਇਲੈਕਸ਼ਨ ਨਹੀਂ ਹੈ, ਉਹਨਾਂ ਦਾ ਨਿਸ਼ਾਨਾ 2024 ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ 2023 ਦਾ ਅਸੀਂ ਇਹ ਇਲੈਕਸ਼ਨ ਜਿੱਤ ਲੈਂਦੇ ਹਾਂ ਤਾਂ ਸਾਡੇ ਲਈ, ਕਿਉਂਕਿ ਅਸੀਂ ਇਸ ਵਾਰ ਇਕੱਲੇ ਲੜਨਾ ਹੈ, ਤਾਂ ਸਾਡੇ ਲਈ ਜਾਣਾ ਲੋਕਾਂ 'ਚ 24 'ਚ ਸੌਖਾ ਹੋ ਜਾਏਗਾ। ਅਸੀਂ ਇੱਥੋਂ ਪੰਜਾਬ 'ਚੋਂ ਵੀ ਜਿਹੜੀਆਂ 13 ਸੀਟਾਂ ਨੇ ਉਹ ਅਜੇ ਤੱਕ ਤਾਂ ਉਹਨਾਂ ਨੂੰ ਕਦੀ ਬਹੁਤੀਆਂ 1 ਜਾਂ 2 ਸੀਟਾਂ ਹੀ ਬੀਜੇਪੀ ਨੂੰ ਆਉਂਦੀਆਂ ਨੇ, ਬਾਕੀ ਤਾਂ ਉਹਨਾਂ ਦਾ ਸਹਿਯੋਗੀ ਦਲ ਅਕਾਲੀ ਦਲ ਲੈਂਦਾ ਰਿਹਾ ਸੀਗਾ। ਪਰ ਕਿਉਂਕਿ ਹੁਣ ਨਹੀਂ ਹੈਗਾ ਨਾਲ, ਤਾਂ ਇਸ ਕਰਕੇ ਉਹ ਜਿਹੜੀਆਂ ਅਸੀਂ ਇੰਡੀਪੈਂਡੈਂਟ ਤੌਰ ਤੇ ਲੜਨਾ ਹੈ, ਤਾਂ ਅਸੀਂ ਇਹ 13 ਚੋਂ ਕਿੰਨੀਆਂ ਸੀਟਾਂ ਜ਼ਿਆਦਾ ਤੋਂ ਜ਼ਿਆਦਾ ਲਿਜਾ ਸਕਦੇ ਹਾਂ, ਇਹਦੇ ਉੱਤੇ ਉਹਨਾਂ ਦੀ ਨਜ਼ਰ ਰਹੇਗੀ। ਭਾਜਪਾ ਦਾ ਸਕਸੈਸ ਰੇਟ, ਸਫਲਤਾ ਦੀ ਦਰ ਬੜੀ ਬਿਹਤਰ ਰਹੀ ਆ। ਉਹ 3 ਸੀਟਾਂ ਉਹਨਾਂ ਨੂੰ ਮਿਲਦੀਆਂ ਨੇ 13 ਚੋਂ, ਮਿਲਦੀਆਂ ਰਹੀਆਂ ਨੇ, ਉਹਨਾਂ ਚੋਂ ਅਕਸਰ ਉਹ 2 ਜਿੱਤ ਜਾਂਦੇ ਰਹੇ ਆ। ਭਾਵੇਂ ਉਹ ਅੰਮ੍ਰਿਤਸਰ ਗੁਰਦਾਸਪੁਰ ਜਿੱਤੇ ਹੋਣ, ਭਾਵੇਂ ਉਹ ਗੁਰਦਾਸਪੁਰ ਹੁਸ਼ਿਆਰਪੁਰ ਜਿੱਤੇ ਹੋਣ, ਅਕਸਰ ਉਹ 2 ਜਿੱਤ ਹੀ ਜਾਂਦੇ ਰਹੇ ਆ। ਤੇ ਇੱਕ ਉਹ ਥੋੜੀ ਜਿਹੀ ਚੇਂਜ ਹੈ, ਉਹ ਭਾਜਪਾ ਲਈ 13 ਸੀਟਾਂ ਨਹੀਂ ਹੈ, ਭਾਜਪਾ ਲਈ 14 ਸੀਟਾਂ ਨੇ। ਭਾਜਪਾ 4 ਤੇ ਲੜਦੀ ਹੈ ਔਰ ਉਹ 13 ਤੇ ਲੜਦੀ ਹੈ। ਜਿਹੜੀ ਚੰਡੀਗੜ੍ਹ ਵਾਲੀ ਸੀਟ ਹੈ ਉਹ ਵੀ ਇਸੇ ਸਮਝੌਤੇ ਦੇ ਵਿੱਚ ਹੀ ਹੈ। ਅੱਛਾ। ਭਾਜਪਾ ਦਾ ਜਿਹੜਾ ਇੱਕ ਆਪਣਾ ਬਣਾਇਆ ਹੋਇਆ ਨਾ ਕਿ ਸੀਟਾਂ ਕਿਸ ਸਟੇਟ ਦੀਆਂ ਕਿੰਨੀਆਂ ਨੇ, ਉਹਦੇ 'ਚ 14 ਸੀਟਾਂ ਨੇ। ਵਾਹ, ਇਹ ਮੇਰੇ ਲਈ ਨਵੀਂ ਖਬਰ ਆ। ਆਪਾਂ ਇਹਨੂੰ ਪੱਕਾ ਹੁਣ ਮਨ 'ਚ ਵਸਾ ਲੈਣਾ। ਭਾਸਕਰ ਸਾਹਿਬ ਲੱਗੇ ਜਲੰਧਰ ਦੇ ਵਿੱਚ ਬੈਠੇ ਆ, ਇਹਨਾਂ ਦੀ ਟਿੱਪਣੀ ਨਾ ਲਈ ਤੇ ਤਾਂ ਧੱਕਾ ਨਾ ਫਿਰ। ਜੀ ਭਾਸਕਰ ਸਾਹਿਬ, 29 ਮਾਰਚ ਨੂੰ ਜਲੰਧਰ ਦੇ ਬਾਈ ਇਲੈਕਸ਼ਨ ਅਨਾਉਂਸ ਹੋਏ ਸੀ, ਤਦ ਤੋਂ ਵੇਟ ਸੀਗਾ ਕਿ ਕਿਹੜੀ ਪੋਲੀਟੀਕਲ ਪਾਰਟੀ ਕਿਹੜੇ ਕੈਂਡੀਡੇਟ ਨੂੰ ਉਤਾਰਦੀ ਹੈ। ਕੈਂਡੀਡੇਟਾਂ ਦੇ ਵਿੱਚ ਉਲਟ ਫੇਰ ਹੋਇਆ, ਕੋਈ ਦੂਜੀ ਪਾਰਟੀ ਸੀ ਹੁਣ ਇਸ ਪਾਰਟੀ 'ਚ ਆ ਗਿਆ, ਕੋਈ ਤੀਜੀ ਪਾਰਟੀ ਸੀ ਹੁਣ ਇਸ ਪਾਰਟੀ 'ਚ ਆ ਗਿਆ। ਇਹਦੇ ਰਾਹੀਂ ਜਲੰਧਰ ਦਾ ਕੈਂਪੇਨ ਤੁਰਿਆ। ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ।
ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਨੈਰੇਟਿਵ ਸੈੱਟ ਨਹੀਂ ਹੋਇਆ ਸੀ। ਜਦ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ ਕਿ ਕੌਣ ਪਾਰਟੀ ਕੀ ਵਾਅਦੇ ਕਰ ਸਕਦੀ ਹੈ, ਇਹ ਇਲੈਕਸ਼ਨ 1 ਸਾਲ ਵਾਸਤੇ ਹੈ, 2024 ਮਈ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਣਗੇ। ਉਸ ਇਲੈਕਸ਼ਨ ਤੋਂ ਪਹਿਲੇ ਕਿਹੜੀ ਪਾਰਟੀ ਹੈ ਜਿਹੜਾ ਜਲੰਧਰ ਨੂੰ ਕੁਝ ਐਦਾਂ ਦਾ ਦੇ ਸਕਦੀ ਹੈ ਜਿਹੜੇ ਕੀਤੇ ਹੋਏ ਕੰਮਾਂ ਦੇ ਵਿੱਚ 1 ਸਾਲ ਬਾਅਦ ਦੁਬਾਰਾ ਵੋਟ ਮੰਗੇ ਤੇ ਕੁਝ ਕਹਿਣ ਜੋਗਾ ਹੋਏ। ਜਦ ਇਸ ਨੈਰੇਟਿਵ ਦੀ ਗੱਲ ਕਰ ਰਹੇ ਸੀ ਤੇ ਅਸੀਂ ਕਈ ਵਾਰ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀਗਾ ਕਿ ਭਾਜਪਾ ਜੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਜੀ ਦੀ ਸੂਬੇ ਦੇ ਵਿੱਚ ਸਰਕਾਰ ਹੈ। ਇਹਨਾਂ ਦਾ ਨੈਰੇਟਿਵ ਸੈੱਟ ਕਰਨਾ ਬਣਦਾ। ਔਰ ਕੱਲ ਭਗਵੰਤ ਮਾਨ ਉਹਨਾਂ ਜਦ ਜਲੰਧਰ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀਗੇ, ਉਹਨਾਂ ਨੇ ਉਸ ਨੈਰੇਟਿਵ ਨੂੰ ਹੀ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ 1 ਸਾਲ ਦੇ ਦਿਓ, ਸਾਨੂੰ ਪਤਾ ਹੈ, ਸਾਨੂੰ ਜਾਂਚ ਹੈ ਕਿ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਤੋਂ ਪੈਸਾ ਲੈ ਕੇ ਆਣਾ ਹੈ। ਔਰ ਉਹ ਕੇਂਦਰ ਸਰਕਾਰ, ਉਹਨਾਂ ਦੇ ਵੀ ਕੇਂਦਰੀ ਮੰਤਰੀ ਹਰਦੀਪ ਪੁਰੀ ਉਹਨਾਂ ਕੱਲ ਜਲੰਧਰ ਹੀ ਸੀਗੇ, ਉਹਨਾਂ ਨੇ ਬ੍ਰਾਂਡ ਮੋਦੀ ਉਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਵੀ ਕਹਿਣਾ ਹੈ ਸੀਗਾ 1 ਸਾਲ ਦੇ ਦਿਓ, ਜਲੰਧਰ ਦਾ ਅਸੀਂ ਨਕਸ਼ਾ ਬਦਲ ਦਾਂਗੇ ਔਰ ਅਗਲੇ ਸਾਲ ਜਦ ਵੋਟ ਮੰਗਣ ਆਵਾਂਗੇ ਤੇ ਆਪਣੇ ਕੰਮ ਦੇ ਆਧਾਰ ਦੇ ਉੱਤੇ ਆਵਾਂਗੇ। ਨਾ ਸਿਰਫ ਜਲੰਧਰ, ਅਗਲੀ 13 ਜਿਹੜੀ ਪੰਜਾਬ ਦੀ ਸੀਟਾਂ ਹੈਗੀਆਂ ਉਹਨਾਂ 13 ਸੀਟਾਂ ਦੇ ਉੱਤੇ ਵੋਟ ਮੰਗਣ ਦੇ ਅਧਿਕਾਰ ਅਸੀਂ ਤਾਂ ਰੱਖਾਂਗੇ ਜੇ ਅਸੀਂ ਜਲੰਧਰ ਦੇ ਵਿੱਚ ਕੁਝ ਕਰ ਪਾਏ। ਹੁਣ ਇੱਕ ਨੈਰੇਟਿਵ ਸੈੱਟ ਹੋਣਾ ਤੇ ਸ਼ੁਰੂ ਹੋਇਆ। ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ, ਹਾਲਾਂਕਿ ਹਜੇ ਤੱਕ ਵੇਵ ਕਾਂਗਰਸ ਦੀ ਫੇਵਰ ਦੇ ਵਿੱਚ ਚੱਲਦੀ ਹੋਈ ਨਜ਼ਰ ਆ ਰਹੀ ਸੀ, ਪਰ ਕਾਂਗਰਸ ਨੈਗੇਟਿਵ ਕੈਂਪੇਨ ਦੇ ਉੱਤੇ ਜ਼ਿਆਦਾ, ਜਿਸ ਤਰ੍ਹਾਂ 7 ਤਰੀਕ ਦਾ ਅਸੀਂ ਜ਼ਿਕਰ ਆਪਣੀ ਪਹਿਲੀ ਖਬਰ ਦੇ ਵਿੱਚ ਕਰ ਚੁੱਕੇ ਹਾਂ, ਕਿ ਇਹੀ ਕੁਝ ਰਣਨੀਤੀ ਅਕਾਲੀ ਦਲ ਦੀ ਵੀ ਹੋ ਸਕਦੀ ਹੈ। ਪਰ ਹੁਣ ਇਹਨਾਂ ਸਾਰੇ ਖੇਡ ਦੇ ਵਿੱਚ ਹੋਲੇ ਹੋਲੇ ਕਰਕੇ 8 ਤਰੀਕ ਤੋਂ ਪਹਿਲੇ ਕੇਂਦਰੀ ਲੀਡਰ ਦਾ ਆਣਾ, ਦਿੱਲੀ ਵਾਲੇ ਕੇਜਰੀਵਾਲ ਉਹਨਾਂ ਦਾ ਆਣਾ, ਹੁਣ ਮੈਦਾਨ ਭਖ ਚੱਲਿਆ। 10 ਤਰੀਕ ਨੂੰ ਪੋਲਿੰਗ ਹੈਗੀ ਹੈ, 8 ਤਰੀਕ ਤੱਕ ਸਾਰੀ ਜਿੰਨੀ ਵੀ ਫੌਜਾਂ ਆਈਆਂ ਹੋਈਆਂ ਉਹ ਆਪਣੀ ਆਪਣੀ ਥਾਂ ਵਾਪਸ ਚਲੇ ਜਾਣਗੀਆਂ। 2 ਦਿਨ ਜਲੰਧਰੀਆਂ ਨੂੰ ਸੋਚਣ ਦਾ ਟਾਈਮ ਹੈਗਾ ਕਿਹਦੇ ਤੋਂ ਉਹ ਪ੍ਰਭਾਵਿਤ ਹੋ ਕੇ ਕੀ ਫੈਸਲਾ ਲੈਂਦੇ ਨੇ ਤੇ 10 ਤਰੀਕ ਨੂੰ ਆਪਣਾ ਮਤ ਪਾ ਦੇਣਗੇ। ਭਾਸਕਰ ਸਾਹਿਬ, ਤੁਹਾਡੇ ਕੋਲ 40 ਸੈਕਿੰਡ, ਇਹਦੇ ਵਿੱਚ ਸ਼ਰਦ ਪਵਾਰ ਨੂੰ ਪਰਿਭਾਸ਼ਿਤ ਕਰੋ। ਜਿੱਦਾਂ ਉਹ ਆਏ ਫੈਮਿਲੀ ਦੇ ਨਾਲ, ਵਾਈਫ ਦੇ ਨਾਲ, ਬੇਟੀ ਦੇ ਨਾਲ, ਭਤੀਜੇ ਦੇ ਨਾਲ, ਅਜੀਤ ਪਵਾਰ ਦੇ ਸੁਪ੍ਰਿਆ ਸੋਲੇ ਕਿ ਅਜੀਤ ਪਵਾਰ ਉਹਨਾਂ ਦੇ ਅੱਗੇ ਵਿਰਾਸਤ ਨੂੰ ਸਾਂਭਣਗੇ, ਕੁਝ ਪਤਾ ਨਹੀਂ। ਫਿਰ ਹੌਲੀ ਜੀ ਰੀਥਿੰਕ ਕਰਨ ਦੀ ਗੱਲ ਹੋ ਗਈ। ਗੱਲਾਂ ਤਾਂ ਬਹੁਤ ਨੇ ਤੇ ਥੋੜਾ ਜਿਹਾ ਤੁਸੀਂ ਵਿਸਥਾਰ ਦੇ ਦਿਓ। ਅਸੀਂ ਜਲੰਧਰ ਬਾਈ ਇਲੈਕਸ਼ਨ ਦੀ ਗੱਲ ਕਰਕੇ ਹਟੇ ਆ। ਅਗਰ ਅਸੀਂ ਕਰਨਾਟਕਾ ਇਲੈਕਸ਼ਨ ਦੀ ਗੱਲ ਨਾ ਕਰੀਏ ਤੇ ਚੰਗਾ ਨਹੀਂ ਹੋਏਗਾ। ਕਰਨਾਟਕਾ ਇਲੈਕਸ਼ਨ ਦੇ ਵਿੱਚ ਕੱਲ ਕਾਂਗਰਸ ਨੇ ਵੀ ਆਪਣਾ ਮੈਨੀਫੈਸਟੋ ਜਾਰੀ ਕਰਤਾ, ਹਾਲਾਂਕਿ ਭਾਜਪਾ ਤੋਂ ਬਾਅਦ ਕੀਤਾ। ਭਾਜਪਾ ਨੇ ਆਪਣੇ ਮੈਨੀਫੈਸਟੋ ਦੇ ਵਿੱਚ, ਕਿਉਂਕਿ ਮੋਦੀ ਸਾਹਿਬ ਕਈ ਵਾਰ ਕਹਿੰਦੇ ਆ ਕਿ ਰੇਵੜੀਆਂ ਦੇਣ ਵਾਲੀ ਪਾਰਟੀਆਂ ਤੋਂ ਬਚੋ, ਉਹਨਾਂ ਨੇ ਵੀ ਅੱਧਾ ਕਿਲੋ ਦੁੱਧ ਦੇਣ ਦਾ ਵਾਅਦਾ ਕਰਤਾ। ਉਹ ਬੀਪੀਐਲ ਫੈਮਿਲੀ ਗਰੀਬ ਪਰਿਵਾਰਾਂ ਨੂੰ ਅੱਧਾ ਕਿਲੋ ਦੁੱਧ ਦੇਣਗੇ ਤੇ 3 ਸਿਲੰਡਰ ਫ੍ਰੀ ਦੇਣਗੇ। ਹੁਣ ਉਹ ਰੇਵੜੀ, ਇਹ ਰੇਵੜੀ ਦੇ ਵਿੱਚ ਬਹੁਤ ਫਰਕ ਹੈ, ਕਿਉਂਕਿ ਜਦ ਭਾਜਪਾ ਦਿੰਦੀ ਹੈ ਤਾਂ ਉਹ ਰੇਵੜੀ ਨਹੀਂ, ਉਹ ਬਰਫੀ ਟਾਈਪ ਹੋ ਜਾਂਦੀ ਹੈ। ਔਰ ਜਦ ਕੋਈ ਹੋਰ ਪੋਲੀਟੀਕਲ ਪਾਰਟੀ ਏਦਾਂ ਦੇ ਫ੍ਰੀਬੀਜ਼ ਦੀ ਗੱਲ ਕਰਦੀ ਹੈ ਤਾਂ ਉਹਨਾਂ ਨੂੰ ਰੇਵੜੀਆਂ ਕਿਹਾ ਜਾਂਦਾ ਹੈ। ਕੱਲ ਕਾਂਗਰਸ ਦਾ ਵੀ ਮੈਨੀਫੈਸਟੋ ਆ ਗਿਆ। ਉਹਨਾਂ ਨੇ ਵੀ ਆਪਣੀ ਐਪੀਜ਼ਮੈਂਟ ਪਾਲਿਸੀ ਉਹਦੇ ਉੱਤੇ ਧਿਆਨ ਦਿੰਦੇ ਹੋਏ ਬਜਰੰਗ ਦਲ ਨੂੰ ਬੈਨ ਕਰਨ ਦੀ ਗੱਲ ਕੀਤੀ ਤੇ 4% ਕੋਟਾ ਮੁਸਲਿਮ ਨੂੰ ਦੇਣ ਦੀ ਗੱਲ ਕੀਤੀ। ਔਰ ਹੇਟਡ ਜਿਹੜੀ ਨਫ਼ਰਤ ਵਾਲੀ ਸਪੀਚਸ ਹੈਗੀਆਂ ਜਾਂ ਨਫ਼ਰਤ ਫੈਲਾਉਣ ਵਾਲੇ ਇੰਸਟੀਟਿਊਸ਼ਨਸ ਹੈਗੇ ਉਹਨਾਂ ਨੂੰ ਬੈਨ ਕਰਨ ਦੀ ਗੱਲ ਕੀਤੀ। ਹਾਲਾਂਕਿ ਇਹ ਗੱਲ ਉਜਾਗਰ ਹੋਈ ਹੈ ਕਿ ਬਜਰੰਗ ਦਲ ਨੂੰ ਹੀ ਸਿਰਫ ਬੈਨ ਕੀਤਾ ਜਾਏਗਾ, ਪਰ ਉਹਨਾਂ ਨੇ ਗੱਲ PFI ਦੀ ਵੀ ਕੀਤੀ ਹੈ। ਔਰ ਮੋਦੀ ਸਾਹਿਬ ਨੇ ਵੀ ਇੱਕ ਤੰਜ ਕੱਸਿਆ ਕਿ ਹੁਣ ਹਨੂਮਾਨ ਜੀ ਨੂੰ ਜੇਲ੍ਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤੇ ਹੋ ਗਈ ਗੱਲ ਉੱਥੇ ਦੀ। ਸ਼ਰਦ ਪਵਾਰ ਉਹਨਾਂ ਦੀ ਗੱਲ ਤੁਸੀਂ ਮੈਨੂੰ ਪੁੱਛੀ। ਕੱਲ ਸ਼ਰਦ ਪਵਾਰ ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਦੇ ਵਿੱਚ ਇੱਕ ਇਮੋਸ਼ਨਲ ਡਰਾਮਾ ਕੀਤਾ। ਉਹ ਫੈਮਿਲੀ ਡਰਾਮਾ ਵੀ ਤੁਸੀਂ ਕਹਿ ਸਕਦੇ ਹੋ। ਉਹਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੋਇਆ ਔਰ ਸ਼ਰਦ ਪਰਿਵਾਰ ਉਹਨਾਂ ਬੜੇ ਇਮੋਸ਼ਨਲ ਹੋ ਕੇ ਕਹਿੰਦੇ ਨੇ ਕਿ ਮੈਂ ਹੁਣ ਸੁਪਰੀਮੋ ਦੀ ਪਦਵੀ ਤੋਂ ਅਸਤੀਫਾ ਦੇ ਰਿਹਾ। ਉਹਦੇ ਵਿੱਚ ਕੁਝ ਲੀਡਰ ਰੋਏ ਵੀ, ਕਈਆਂ ਨੇ ਰਿਕੁਐਸਟ ਵੀ ਕੀਤੀ। ਔਰ ਇਹਦੇ ਪਿੱਛੇ ਕਥਿਤ ਤੌਰ ਤੇ ਜਿਹੜੀ ਚਾਲ ਹੈ, ਅਜੀਤ ਪਵਾਰ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਨਾਲ ਯਾਰੀਆਂ ਪੈ ਗਈ ਸੀਗੀ। ਔਰ ਇੱਕ ਆਪਣੇ ਟਵਿੱਟਰ ਸੋਸ਼ਲ ਮੀਡੀਆ ਦੇ ਉੱਤੇ ਅਜੀਤ ਪਵਾਰ ਉਹਨਾਂ ਨੇ NCP ਦਾ ਝੰਡਾ ਵੀ ਹਟਾ ਦਿੱਤਾ ਸੀਗਾ। ਇਹ ਇੱਕ ਪਰਿਵਾਰ ਦੀ ਲੜਾਈ ਸੀਗੀ ਕਿ ਸੁਪਰੀਮੋ ਕੌਣ ਵੱਡਾ ਕੌਣ ਛੋਟਾ। ਉਸ ਮੁੱਦੇ ਦੇ ਉੱਤੇ ਇਹ ਕੱਲ ਇਮੋਸ਼ਨਲ ਡਰਾਮਾ ਕੀਤਾ ਗਿਆ ਔਰ ਅਜੀਤ ਪਵਾਰ ਉਹਨਾਂ ਨੂੰ ਵੀ ਮਜਬੂਰ ਹੋਣਾ ਪਿਆ, ਹੱਥ ਜੋੜ ਕੇ ਕਹਿਣਾ ਪਿਆ ਕਿ ਸ਼ਰਦ ਜੀ ਨਾ ਜਾਓ, ਤੁਸੀਂ ਜਿਹੜਾ ਫੈਸਲਾ ਕਰੋਗੇ ਮੈਂ ਮਨਜ਼ੂਰ ਆ। ਹੁਣ ਅਜੀਤ ਪਵਾਰ ਵਾਸਤੇ ਵੀ ਭਾਜਪਾ ਵੱਲ ਛਾਲ ਮਾਰਨਾ ਕੋਈ ਸੌਖਾ ਨਹੀਂ ਹੋਏਗਾ। ਯਾਨੀ ਓਵਰਆਲ ਇੱਕ ਫੈਮਿਲੀ ਤੇ ਇਮੋਸ਼ਨਲ ਡਰਾਮਾ ਸੀਗਾ, ਜਿਸ ਡਰਾਮੇ ਦੇ ਵਿੱਚ ਸ਼ਰਦ ਪਵਾਰ ਉਹਨਾਂ ਇੱਕ ਤੀਰ ਤੋਂ ਕਈ ਨਿਸ਼ਾਨੇ ਮਾਰ ਗਏ। ਹੁਣ ਇਹ ਨਿਸ਼ਾਨੇ ਕਦ ਤੱਕ ਸਿੱਧੇ ਰਹਿੰਦੇ ਨੇ, ਇਹ ਗੱਲ ਦੇਖਣ ਵਾਲੀ। ਔਰ ਉਹਨਾਂ ਨੇ ਆਪਣਾ ਫੈਸਲਾ ਚੇਂਜ ਕਰਨ ਦੀ ਵੀ ਗੱਲ ਕੀਤੀ ਹੈ ਕਿ ਬੜੀ ਛੇਤੀ ਆਪਾਂ ਇਸ ਫੈਸਲੇ ਨੂੰ ਚੇਂਜ ਵੀ ਕਰ ਦਾਂਗੇ। ਜੀ ਇੰਦਰਪ੍ਰੀਤ ਜੀ। ਰੰਧਾਵਾ ਸਾਹਿਬ, ਜਿਹੜੀ ਭਾਸਕਰ ਸਾਹਿਬ ਨੇ ਗੱਲ ਕੀਤੀ ਹੈ, ਮੈਂ ਉਸ ਤੋਂ ਥੋੜੇ ਵੱਡੇ ਕੈਨਵਸ 'ਚ ਵੀ ਦੇਖਣਾ ਚਾਹੁੰਦਾ। ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਸ਼ਰਦ ਪਵਾਰ ਦਾ ਪਿੱਛੇ ਹਟਣਾ,
ਇਹ ਸਾਰੀਆਂ ਰੀਜਨਲ ਪਾਰਟੀਆਂ ਨੂੰ ਜਿਹੜੀ ਇਕਜੁੱਟ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਸੀ, ਉਹਨੂੰ ਵੀ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਤੁਹਾਨੂੰ ਯਾਦ ਹੋਊਗਾ ਕਿ 2 ਸਾਲ ਪਹਿਲਾਂ ਸੁਖਬੀਰ ਬਾਦਲ ਹੋਰਾਂ ਨੇ ਇੱਕ ਕਮੇਟੀ ਬਣਾਈ ਸੀ ਆਪਣੀ ਪਾਰਟੀ ਦੀ, ਜਿਹਦੀ ਜ਼ਿੰਮੇਵਾਰੀ ਇਹ ਲਗਾਈ ਗਈ ਸੀ ਕਿ ਸਾਰੀਆਂ ਰੀਜਨਲ ਪਾਰਟੀਆਂ ਕੰਟਰੀ ਦੀਆਂ ਹੈਗੀਆਂ ਨੇ ਜਿਹੜੀਆਂ, ਕੀ ਆਪਾਂ ਨੂੰ ਉਹਨੂੰ ਇਕਜੁੱਟ ਕਰਕੇ ਕੋਈ ਥਰਡ ਫਰੰਟ ਖੜਾ ਕਰ ਸਕਦੇ ਹਾਂ ਜੋ ਨਾਨ ਬੀਜੇਪੀ ਨਾਨ ਕਾਂਗਰਸ ਹੋਵੇ। ਤਾਂ ਉਹਦੇ ਵਿੱਚ ਇਹ ਜਿਹੜੀ ਪ੍ਰੇਮ ਸਿੰਘ ਚੰਦੂਮਾਜਰਾ, ਭੁੰਦੜ ਸਾਹਿਬ, ਇਹ ਸਾਰੇ ਨੇਤਾ ਸਾਰੇ ਰੀਜਨਲ ਪਾਰਟੀਆਂ ਨੂੰ, ਮਮਤਾ ਬੈਨਰਜੀ, ਸਟਾਲਿਨ ਜਾਂ ਸ਼ਰਦ ਪਵਾਰ, ਇਹ ਸਾਰਿਆਂ ਨੂੰ ਮਿਲੇ ਸੀਗੇ। ਤੇ ਉਹਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਸੀ ਉਹ ਇਹ ਸੀ ਕਿ ਸਾਨੂੰ ਇੱਕ ਵੱਡਾ ਲੀਡਰ ਚਾਹੀਦਾ ਹੈ ਜਿਹੜਾ ਇਹ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਕਰ ਸਕੇ। ਤਾਂ ਉਹਨਾਂ ਨੇ ਕਿਹਾ ਸੀ ਵੀ ਜਾਂ ਤਾਂ ਤੁਸੀਂ ਇਹ ਜ਼ਿੰਮੇਵਾਰੀ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਦਿਓ ਤੇ ਉਹ ਦਿੱਲੀ ਆ ਕੇ ਮੀਟਿੰਗ ਕਰਨ ਸਾਰੀਆਂ ਪਾਰਟੀਆਂ ਦੀ। ਉਦੋਂ ਤੈਅ ਵੀ ਹੋ ਗਿਆ ਸੀ ਕਿ ਹਾਂ ਮੀਟਿੰਗ ਲਈ ਬਾਦਲ ਸਾਹਿਬ ਆ ਸਕਦੇ ਆ, ਕਿਸੇ ਵੀ ਟਾਈਮ ਆ ਸਕਦੇ ਆ, ਲੇਕਿਨ ਉਹ ਸਬਬ ਬਣਿਆ ਨਹੀਂ। ਤੇ ਜਾਂ ਫਿਰ ਉਹ ਦੂਜੇ ਫਿਰ ਸੀ ਸ਼ਰਦ ਪਵਾਰ, ਕਿ ਉਹ ਕੋਸ਼ਿਸ਼, ਅਗਰ ਪ੍ਰਕਾਸ਼ ਸਿੰਘ ਬਾਦਲ ਸਿਹਤ ਪੱਖੋਂ ਢਿੱਲੇ ਨੇ ਤਾਂ ਸ਼ਰਦ ਪਵਾਰ ਇਹ ਕੋਸ਼ਿਸ਼ ਕਰਨ। ਤਾਂ ਲੇਕਿਨ ਹੁਣ ਦੇਖੋ, ਸ਼ਰਦ ਪਵਾਰ ਅਗਰ ਉਹ ਪਿੱਛੇ ਹਟ ਰਹੇ ਨੇ ਔਰ ਪ੍ਰਕਾਸ਼ ਸਿੰਘ ਬਾਦਲ ਸਾਡੇ ਵਿੱਚ ਨਹੀਂ ਰਹੇ, ਤਾਂ ਮੈਨੂੰ ਲੱਗਦਾ ਕਿ ਇਹ ਰੀਜਨ ਪਾਰਟੀਆਂ ਦਾ ਜਿਹੜਾ ਇੱਕ ਗੁੱਟ ਬਣਨਾ ਸੀਗਾ, ਉਹਨੂੰ ਬਹੁਤ ਵੱਡਾ ਜਿਹੜਾ ਹੈਗਾ ਝਟਕਾ ਲੱਗਿਆ ਹੈਗਾ। ਇਹ ਸ਼ਰਦ ਪਵਾਰ ਦੇ ਉਸ ਤੋਂ ਮੈਂ ਦੇਖਣਾ ਚਾਹੁੰਦਾ ਕਿ ਜੇ ਅਗਰ ਉਹ ਪਿੱਛੇ ਹਟਦੇ ਨੇ ਤਾਂ। ਜੀ, ਇਹ ਮਾਮਲਾ ਕ੍ਰੈਡੀਬਿਲਿਟੀ ਦਾ ਵੀ ਹੁੰਦਾ। ਹੁਣ ਇਹ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਨੂੰ ਵੀ ਸਥਾਪਿਤ ਕਰਨੀ ਹੋਊਗੀ, ਇਹ ਕ੍ਰੈਡੀਬਿਲਿਟੀ ਉਹਨਾਂ ਨੂੰ ਵੀ ਆਪਣੇ ਵਿਜ਼ਨ ਵੱਡੇ ਕਰਨੇ ਹੋਣਗੇ। ਅੱਜ ਦਾ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਨੇ। ਸੁਖਬੀਰ ਸਿੰਘ ਬਾਦਲ ਆਪਣੇ ਪਿੰਡ ਤੋਂ ਉਹਨਾਂ ਦੀਆਂ ਅਸਥੀਆਂ ਦਾ ਕਲਸ਼ ਲੈ ਕੇ ਕੀਰਤਪੁਰ ਸਾਹਿਬ ਨੂੰ ਪਹੁੰਚੇ ਨੇ। ਇਹ ਦੌਰ ਬੀਤ ਜਾਂਦੇ, ਵਿਅਕਤੀਆਂ ਦੇ ਜਾਣ ਨਾਲ ਬਹੁਤ ਸਾਰੇ ਵਿਰੋਧ ਵੀ ਹੁੰਦੇ ਨੇ, ਲੇਕਿਨ ਬਹੁਤ ਸਿਫਤਾਂ ਵੀ ਹੁੰਦੀਆਂ, ਤਾਂ ਹੀ ਸਾਲਾਂ ਤੱਕ ਤੁਸੀਂ ਇਸ ਤਰ੍ਹਾਂ ਦੀ ਬੁਲੰਦੀ ਨੂੰ ਹਾਸਲ ਕਰ ਪਾਉਂਦੇ ਹੋ, ਉੱਤੇ ਟਿਕੇ ਰਹਿੰਦੇ ਹੋ। ਸ਼ਰਦ ਪਵਾਰ ਕੀ ਪੈਂਤੜਾ ਅਖਤਿਆਰ ਕਰਦੇ ਆ, ਉਹ ਆਪਣੇ ਫੈਸਲੇ ਨੂੰ ਬਦਲਦੇ ਆ ਜਾਂ ਨਹੀਂ ਬਦਲਦੇ, ਇਹ ਕਾਫੀ ਰੌਚਕ ਰਹਿਣ ਵਾਲਾ। ਔਰ ਜੇਕਰ ਉਹ ਇਹ ਫੈਸਲੇ ਨੂੰ ਨਹੀਂ ਬਦਲਦੇ, ਹਾਲਾਂਕਿ ਉਹ ਰਾਜ ਸਭਾ ਦੇ ਵਿੱਚ ਅਜੇ ਕਾਫੀ ਸਾਲਾਂ ਲਈ ਹੈਗੇ ਨੇ, ਤੇ ਫਿਰ ਉਹਨਾਂ ਦਾ ਵਾਰਸ ਕੌਣ ਹੋਏਗਾ? ਉਹਨਾਂ ਦੀ ਪੁੱਤਰੀ ਜਾਂ ਭਤੀਜਾ ਜਿਹੜਾ ਅਕਸਰ ਹੀ ਪੈਂਤੜੇ ਬਦਲਣ ਲਈ ਮਾਹਿਰ ਆ। ਉਹ ਸ਼ਰਦ ਪਵਾਰ ਦੀ ਰਾਜਨੀਤੀ ਦੇ ਉਸੇ ਤਰ੍ਹਾਂ ਦੇ ਸਰੂਪ ਨੂੰ ਅੱਗੇ ਵਧਾਉਣਾ ਜਾਣਦਾ ਹੈ, ਔਰ ਉਹਦਾ ਪਤਾ ਨਹੀਂ ਹੁੰਦਾ ਕਿ ਉਹ ਪਲ 'ਚ ਕੀ ਕਰਨ ਵਾਲਾ ਹੈ, ਲੇਕਿਨ ਨਾਲ ਦੀ ਨਾਲ ਕੋਈ ਆਪਣੇ ਬੱਚਿਆਂ ਦਾ ਮੋਹ ਵੀ ਤਿਆਗਦਾ ਨਹੀਂ ਹੁੰਦਾ। ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਇਸ ਤੋਂ ਪਹਿਲੇ ਜਿਹੜੀ ਗੱਲ ਕਰ ਰਹੇ ਸੀ ਨਾ ਅਸੀਂ ਕਾਂਗਰਸ ਦੀ, ਕੱਲ ਰਾਜਾ ਵੜਿੰਗ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ, ਉਹ ਬੜੇ ਇਮੋਸ਼ਨਲ ਸੀਗੇ ਜਦ ਉਹਨਾਂ ਨੇ ਇਹ ਗੱਲ ਕੀਤੀ ਨਾ। ਜਦੋਂ ਤੋਂ ਇਹ ਵੀਡੀਓ ਰਿਲੀਜ਼ ਹੋਈ ਹੈ, ਮੈਂ ਪੂਰੀ ਰਾਤ ਸੋ ਨਹੀਂ ਪਾਇਆ। ਹੁਣ ਉਹ ਪੂਰੀ ਰਾਤ ਸੋ ਨਾ ਪਾਣਾ ਉਹਨਾਂ ਦਾ ਕੀ ਇੰਡੀਕੇਟ ਕਰਦਾ ਹੈ? ਕਿ ਉਸ ਵੀਡੀਓ ਤੋਂ ਚਿੰਤਿਤ ਸੀਗੇ, ਉਤਸ਼ਾਹਿਤ ਸੀਗੇ, ਜਾਂ ਫਿਰ ਕੀ ਸੀਗਾ? ਇਹ ਗੱਲ ਮੈਨੂੰ ਸਮਝ ਨਹੀਂ ਆਈ। ਪਰ ਇਹ ਗੱਲ ਮੈਂ ਉਹਨਾਂ ਦੀ ਸੁਣੀ ਕਿ ਜਦੋਂ ਤੋਂ ਇਹ ਵੀਡੀਓ ਲੀਕ ਹੋਈ ਹੈ ਤੇ ਮੈਨੂੰ ਪੂਰੀ ਰਾਤ ਨਿੰਦਰ ਨਹੀਂ ਆਈ। ਹੁਣ ਉਸ ਮੰਤਰੀ ਨੂੰ ਨਿੰਦਰ ਨਾ ਆਏ ਜਿਹਦੀ ਵੀਡੀਓ ਲੀਕ ਹੋਈ ਹੈ, ਇਹ ਤੇ ਗੱਲ ਸਮਝ ਆਉਂਦੀ ਹੈ। ਰਾਜਾ ਵੜਿੰਗ ਉਹਨਾਂ ਨੂੰ ਨਿੰਦਰ ਕਿਉਂ ਨਹੀਂ ਆਈ, ਇਹ ਗੱਲ ਹਜੇ ਤੱਕ ਸਮਝ ਨਹੀਂ ਆਈ। ਮਿਲਣਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਹੀਂ, ਹੁਣ ਰਾਜਾ ਵੜਿੰਗ ਹੋਣਾ ਕੋ ਵੀਡੀਓ ਹੈ ਕਿ ਉਹਨਾਂ ਨੂੰ ਖਹਿਰਾ ਸਾਹਿਬ ਨੇ ਹੌਲੀ ਜੀ ਪਰਦੇ ਨਾਲ ਦਿਖਾਈ ਹੈ, ਇਹਦੇ ਉੱਤੇ ਉਹਨਾਂ ਕਲੀਅਰ ਨਹੀਂ ਕੀਤਾ, ਅਜੇ ਲੀਕ ਨਹੀਂ ਹੋਈ, ਅਜੇ ਤੇ ਖਹਿਰਾ ਸਾਹਿਬ ਕੋਲ ਪਹੁੰਚਾਈ ਗਈ ਹੈ, ਇੰਜ ਲੱਗਦਾ ਹੈ। ਖੈਰ, ਇੰਦਰਪ੍ਰੀਤ ਜੀ ਹੋਣਾ ਹੁਣ ਆਪਣੇ ਦਫ਼ਤਰ ਨੂੰ ਨਿਕਲਣਾ ਹੈ, ਭਾਸਕਰ ਸਾਹਿਬ ਨੇ ਸਿਆਸਤ ਕਰਨੀ ਹੈ ਜਲੰਧਰ ਦੇ ਵਿੱਚ, ਤੇ ਮੈਂ ਆਰਾਮ ਕਰਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।